है। लड़ीवार गुरबाणी शब्द विचार अज दे अमृतमई बचन भाई साहब जी पासों आप जियां ने सरवण कीते। अमृतमई बचनां दी पवित्र बाणी दी विचार नाल सांझ पाउण वास्ते जो समा प्राप्त हो रहा है, मन बिरतियां नूं एकाग्र करदे होए सावधान एकाग्र चीत हुंदियां होइयां समर्थ सतगुरु जी दे चरनां विच जुड़न दा यतन करिए। सबनां दियां हाज़रियां चवर छतर तखत दे मालक धन गुरु ग्रंथ साहिब महाराज जी दे पावन चरनां विच लग जाण। सतगुरु जी अज दे अमृतमई बचनां दे द्वारा सानू संसारी मनुखी जीवां नूं जो समझाउणा चाहुंदे ने, एक मन एक चित हो के समझण दा यतन करिए जी। वाहिगुरु साहिब जी। श्लोक वारां ते वधीक महला पहला। जे तू तारू पाण ताहू पुछ तिड़ानह कल ताहू खरे सुजान वंजा इन्ही कपरी। आप जी रोजाना इस अस्थान तो लड़ीवार गुरबाणी विचार दे नाल सांझ पाउंदे आ रहे हो। धन गुरु नानक देव महाराज पातशाह जी दे उचारण कीते हुए पावन सलोक जो वारां ते वधीक सरलेख हेठ आप जी ने सरवण कीते ने। गुरु ग्रंथ साहिब महाराज जी दी पवित्र बाणी पावन अंग 1410 दे उपर सुभाएमान हन। गुरु ग्रंथ साहिब महाराज जी दी पवित्र बाणी विच 22 वारां जड़ियां ने वो दर्ज कीतियां ने। सलोक और पौड़ी दा समेल करके, पर जिहड़े सलोक उस वेले बच गए जदों गुरु अर्जन देव महाराज जी ने समुची बाणी नूं इकत्र करके पावन स्वरूप गुरु ग्रंथ साहिब जी दे रूप विच तैयार कीता, उस वेले जिहड़े ये सलोक वधीक दा अर्थ है वध गए। इत्थे आके फिर गुरु साहिब जी ने उन्हां पावन सलोकां नूं दर्ज कीता है। ये अमृतमई बाणी गुरु साहिब जी ने फिर इत्थे आके इनू पावन बीड़ दे विच ग्रंथ साहिब दे विच दर्ज करवाया भाई साहब भाई गुरदास जी नू कोल बिठा के, क्योंकि पहले लिखारी भाई गुरदास जी ने जिन्हां पासों गुरु अर्जन देव महाराज जी ने सारी बाणी इकत्र करके तरतीब दे नाल इस बाणी नू लिखवाया है। सब तो पहला गुरु नानक साहब जी दे पावन सलोक जिस दी आरंभता कल दे दीवाना विच होई सी। पहले 2 सलोक दी विचार आप जी सरवण कर चुके हो। तीसरा सलोक गुरु नानक साहब महाराज जी जिहदे विच समझाउंदे ने कि हे संसार दे जीव, मनुखा जामे दे विच आए हुए प्राणी, जे तू इस भवजल दे विचों दी पार लंघना चाहुंदा है
ਜਿਵੇਂ ਪਾਣੀ ਦੇ ਵਿੱਚ ਤੈਰਨ ਵਾਲਾ ਤੈਰਾਕੂ ਤੈਰਨਾ ਸਿੱਖਦਾ ਹੈ ਕਿ ਕਿਵੇਂ ਇਸ ਪਾਣੀ ਦੇ ਵਿੱਚ ਤੈਰਨਾ ਹੈ, ਤੇ ਜਿਹਨੂੰ ਤੈਰਨਾ ਆਉਂਦਾ ਉਹ ਕਦੇ ਪਾਣੀ ਵਿੱਚ ਡੁੱਬ ਨਹੀਂ ਸਕਦਾ, ਤੇ ਜਿਹੜਾ ਪਾਣੀ ਵਿੱਚ ਡੁੱਬ ਗਿਆ ਉਹਨੂੰ ਤੈਰਨਾ ਨਹੀਂ ਸੀ ਆਉਂਦਾ। ਹੁਣ ਪਾਣੀ ਦੇ ਵਿੱਚ ਡੁੱਬਣ ਤੋਂ ਬਚਣ ਵਾਸਤੇ ਸਾਨੂੰ ਕੀ ਕਰਨਾ ਪਏਗਾ? ਸਾਨੂੰ ਤੈਰਨ ਦੀ ਜਾਚ ਸਿੱਖਣੀ ਪਏਗੀ। ਤੇ ਜਿਹਨੇ ਇਹ ਜਾਚ ਸਿੱਖ ਲਈ, ਨਾ ਉਹ ਡੁੱਬ ਸਕਦਾ ਹੈ ਤੇ ਨਾ ਉਹਨੂੰ ਕੋਈ ਡੋਬ ਸਕਦਾ ਹੈ, ਕਿਉਂਕਿ ਉਹਦੇ ਕੋਲ ਹੁਨਰ ਹੈ, ਉਹਦੇ ਕੋਲ ਇੱਕ ਕਲਾ ਹੈ ਕਿ ਪਾਣੀ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈ ਉਹ ਮੈਂ ਆਪਣੇ ਆਪ ਨੂੰ ਬਚਾ ਕੇ, ਕਿਸ ਤਰ੍ਹਾਂ ਇਹਦੀ ਡੂੰਘਾਈ, ਇਹਦੀ ਗਹਿਰਾਈ ਵਿੱਚੋਂ ਬਚ ਕੇ ਮੈਂ ਪਾਰ ਲੰਘਣਾ ਹੈ। ਉਹਦੇ ਕੋਲ ਇੱਕ ਕਲਾ ਹੈ, ਉਹਦੇ ਕੋਲ ਇੱਕ ਤੈਰਨ ਦਾ ਤਜਰਬਾ ਹੈ। ਤੇ ਜਿਹਦੇ ਕੋਲ ਇਹ ਹੁਨਰ ਨਹੀਂ, ਕਲਾ ਨਹੀਂ, ਉਹਨੂੰ ਕੋਈ ਵੀ ਡੋਬ ਦੇਗਾ, ਜਾਂ ਆਪ ਹੀ ਡੁੱਬ ਜਾਏਗਾ ਜਾਂ ਕੋਈ ਡੋਬ ਦੇਗਾ। ਇਸੇ ਤਰ੍ਹਾਂ ਸਾਹਿਬ ਜੀ ਕਹਿੰਦੇ ਇਹ ਭਵਜਲ, ਇਹ ਸੰਸਾਰ ਸਮੁੰਦਰ ਹੈ। ਇਸ ਸੰਸਾਰ ਸਮੁੰਦਰ ਵਿੱਚੋਂ ਜਿਹੜਾ ਪਾਣੀ ਦਾ ਸਮੁੰਦਰ ਹੈ, ਉਹਦੇ ਵਿੱਚ ਸਰੀਰ ਨੇ ਪਾਰ ਲੰਘਣਾ ਹੈ। ਉਹਦੇ ਵਿੱਚ ਅਸੀਂ ਸਰੀਰ ਕਰਕੇ ਇੱਕ ਕਲਾ ਸਿੱਖਣੀ ਹੈ ਕਿ ਕਿਵੇਂ ਅਸੀਂ ਇਸ ਪਾਣੀ ਦੇ ਵਿੱਚ ਤੈਰ ਕੇ ਪਾਰ ਲੰਘਣਾ ਹੈ। ਉਹ ਸਰੀਰ ਕਰਕੇ ਹੈ, ਪਰ ਜਿਹੜਾ ਸੰਸਾਰ ਸਮੁੰਦਰ ਹੈ ਉਹਦੇ ਵਿੱਚ ਸਰੀਰ ਨੇ ਪਾਰ ਨਹੀਂ ਲੰਘਣਾ, ਉਹਦੇ ਵਿੱਚ ਅਸੀਂ ਆਤਮਿਕ ਤਲ ਤੇ ਪਾਰ ਲੰਘਣਾ ਹੈ। ਉਹਦੇ ਲਈ ਸਾਡੇ ਮਨ ਨੂੰ ਇੱਕ ਹੁਨਰ ਚਾਹੀਦਾ ਹੈ, ਉਹਦੇ ਵਾਸਤੇ ਸਾਡੇ ਮਨ ਦੇ ਕੋਲ ਇੱਕ ਤਜਰਬਾ ਚਾਹੀਦਾ ਹੈ, ਮਨ ਦੇ ਕੋਲ ਸੋਝੀ ਚਾਹੀਦੀ ਹੈ, ਮਨ ਨੂੰ ਗਿਆਨ ਚਾਹੀਦਾ ਹੈ, ਮਨ ਨੂੰ ਇੱਕ ਕਲਾ ਚਾਹੀਦੀ ਹੈ ਕਿ ਇਸ ਸੰਸਾਰ ਸਮੁੰਦਰ ਤੋਂ ਮੈਂ ਕਿਵੇਂ ਪਾਰ ਹੋ ਸਕਦਾ। ਹੁਣ ਸਰੀਰ ਕਰਕੇ ਤੈਰਨਾ ਤੇ ਬਹੁਤ ਜਣੇ ਸਾਨੂੰ ਸਿਖਾ ਦੇਣਗੇ, ਬੜੀਆਂ ਥਾਵਾਂ ਤੇ ਤੁਹਾਨੂੰ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ ਕਿ ਤੁਸੀਂ ਕਿਵੇਂ ਇਸ ਪਾਣੀ ਵਿੱਚੋਂ ਆਪਣਾ ਬਚਾਅ ਕਰਕੇ ਤੁਸੀਂ ਤੈਰ ਕੇ ਪਾਰ ਲੰਘਣਾ। ਪਰ ਜਿਹੜਾ ਅਸੀਂ ਆਤਮਿਕ ਤਲ ਤੇ ਪਾਰ ਲੰਘਣਾ, ਉਹਦੇ ਵਾਸਤੇ ਸਾਡੇ ਮਨ ਨੂੰ ਸੋਝੀ ਕੌਣ ਦੇਗਾ? ਉਹਦੇ ਵਾਸਤੇ ਸਾਡੇ ਮਨ ਨੂੰ ਗਿਆਨ ਕੌਣ ਦੇਗਾ? ਉਹੀ ਦੇਗਾ ਜਿਹੜਾ ਆਪ ਇਸ ਭਵਜਲ ਨੂੰ ਜਿਹਨੇ ਪਾਰ ਕੀਤਾ ਹੋਏਗਾ। ਆਮ ਤੌਰ ਤੇ ਸਾਡੇ ਬਜ਼ੁਰਗ ਕਹਿੰਦੇ ਨੇ ਕਿ ਜਿਹਦੇ ਕੋਲ ਤਜਰਬਾ ਹੋਵੇ, ਉਹਦੇ ਕੋਲ ਤੁਸੀਂ ਜਦੋਂ ਉੱਠੋ ਬੈਠੋਗੇ ਤੇ ਤੁਹਾਨੂੰ ਵੀ ਜ਼ਿੰਦਗੀ ਦਾ ਤਜਰਬਾ ਹੋ ਜਾਏਗਾ ਕਿ ਕਿਸ ਤਰ੍ਹਾਂ ਇਸ ਜੀਵਨ ਨੂੰ ਜਿਉਣਾ ਹੈ। ਹੁਣ ਤਜਰਬਾ ਵੀ ਦੋ ਤਰ੍ਹਾਂ ਦਾ ਹੈ, ਇੱਕ ਸਰੀਰਕ ਤਲ ਤੇ ਹੈ, ਇੱਕ ਆਤਮਿਕ ਤਲ ਤੇ। ਜਿਹੜਾ ਸੰਸਾਰ ਸਮੁੰਦਰ ਪਾਰ ਕਰਨਾ ਹੈ, ਉਹਦੇ ਵਿੱਚ ਸਾਨੂੰ ਉਹਨਾਂ ਦੀ ਸੰਗਤ ਕਰਨੀ ਪਏਗੀ ਜਿਨ੍ਹਾਂ ਨੇ ਇਸ ਸੰਸਾਰ ਸਮੁੰਦਰ ਨੂੰ ਪਾਰ ਕੀਤਾ ਹੈ, ਕਿਉਂਕਿ ਉਹਨਾਂ ਕੋਲ ਇੱਕ ਹੁਨਰ ਹੈ, ਉਹਨਾਂ ਕੋਲ ਇੱਕ ਕਲਾ ਹੈ ਸਮੁੰਦਰ ਨੂੰ ਪਾਰ ਕਰਨ ਦੀ। ਔਰ ਇਹ ਪਾਣੀ ਦਾ ਨਹੀਂ ਹੈ, ਇਹ ਵਿਕਾਰਾਂ ਦਾ ਸਮੁੰਦਰ ਹੈ, ਜਿਹਦੇ ਵਿੱਚ ਬੜੇ ਵੱਡੇ ਵੱਡੇ ਮਗਰਮੱਛ ਵੀ ਨੇ ਔਰ ਬੜੀਆਂ ਲਹਿਰਾਂ ਵੀ ਜਿਹੜੀਆਂ ਨੇ ਉੱਠਦੀਆਂ ਨੇ, ਤੇ ਜਿਹੜੀ ਲਹਿਰਾਂ ਦੀ ਮਾਰ ਸਾਡੇ ਕੋਲੋਂ ਝੱਲਣੀ ਬੜੀ ਔਖੀ ਹੈ। ਬਾਹਰ ਦੇ ਸਮੁੰਦਰ ਦੀ ਲਹਿਰਾਂ ਜੇ ਉੱਠਦੀਆਂ ਨੇ ਤੇ ਉਹਦੀ ਮਾਰ ਨਹੀਂ ਝੱਲੀ ਜਾਂਦੀ, ਤੇ ਵਿਕਾਰਾਂ ਦੀ ਮਾਰ ਅਸੀਂ ਕਿੱਥੋਂ ਝੱਲ ਲਾਂਗੇ। ਜਦੋਂ ਬਾਹਰੋਂ ਸਮੁੰਦਰ ਵਿੱਚ ਹਲਚਲ ਹੋਵੇ, ਲਹਿਰਾਂ ਉੱਠਦੀਆਂ ਨੇ ਤੇ ਕਿੰਨੀ ਤਬਾਹੀ ਆਉਂਦੀ ਹੈ, ਕਿੰਨਾ ਕੁਝ ਰੁੜ ਜਾਂਦਾ ਹੈ, ਹੜ੍ਹ ਆਉਂਦਾ ਹੈ ਤੇ ਕਿੰਨਾ ਕੁਝ ਰੋੜ ਕੇ ਲੈ ਜਾਂਦਾ ਹੈ, ਕਿੰਨੀ ਤਬਾਹੀ ਮਚਾ ਦਿੰਦਾ ਹੈ। ਅਸੀਂ ਬਾਹਰੋਂ ਹੀ ਅੰਦਾਜ਼ਾ ਲਾ ਲਈਏ, ਕਿਉਂਕਿ ਪਿਛਲੇ ਸਮੇਂ ਵਿੱਚ ਐਸੇ ਹੜ੍ਹ ਆਏ ਨੇ ਜਿਹਦੇ ਵਿੱਚ ਤਬਾਹੀਆਂ ਇੰਨੀਆਂ ਹੋਈਆਂ ਨੇ, ਅੱਜ ਤੱਕ ਸਾਨੂੰ ਭੁੱਲੀਆਂ ਨਹੀਂ। ਔਰ ਇਹਨਾਂ ਸਮੁੰਦਰ ਦੀਆਂ ਛੱਲਾਂ ਜਿਹੜੀਆਂ ਉੱਠਦੀਆਂ, ਲਹਿਰਾਂ ਉੱਠਦੀਆਂ ਨੇ, ਉਹਨੇ ਇੰਨੀਆਂ ਤਬਾਹੀਆਂ ਮਚਾਈਆਂ ਨੇ ਕਿ ਅੱਜ ਤੱਕ ਜਿਹੜਾ ਅਸੀਂ ਉਹਨੂੰ ਭੁੱਲ ਨਹੀਂ ਸਕਦੇ। ਕਿੰਨਾ ਕੁਝ ਉਹ ਰੋੜ ਕੇ ਲੈ ਗਿਆ, ਕਿੰਨਾ ਕੁਝ ਵਹਾ ਕੇ ਲੈ ਗਿਆ, ਕਿੰਨਾਂ ਦੀਆਂ ਜਾਨਾਂ ਚਲੀਆਂ ਗਈਆਂ, ਕਿੰਨੇ ਜਿਹੜੇ ਨੇ ਉਹਨਾਂ ਦੇ ਘਰ ਬਰਬਾਦ ਹੋ ਗਏ, ਕਿੰਨਿਆਂ ਦੀਆਂ ਫਸਲਾਂ ਤਬਾਹ ਹੋ ਗਈਆਂ, ਕਿੰਨਾ ਕੁਝ ਹੋਇਆ
ਕਿਉਂ? ਕਿਉਂਕਿ ਲਹਿਰਾਂ ਹੀ ਐਸੀਆਂ ਉੱਠੀਆਂ ਜਾਂ ਹੜ੍ਹ ਦਾ ਰੂਪ ਬਣ ਗਈਆਂ। ਹੁਣ ਜੇ ਬਾਹਰੋਂ ਦੇਖੋ, ਪਾਣੀ ਦੇ ਸਮੁੰਦਰ, ਪਾਣੀ ਦੀਆਂ ਲਹਿਰਾਂ ਨੇ ਇੰਨੀ ਤਬਾਹੀ ਮਚਾ ਦਿੱਤੀ, ਤੇ ਜਿਹੜੇ ਸਾਡੇ ਅੰਦਰ ਵਿਕਾਰ ਨੇ, ਉਹ ਵਿਕਾਰ ਕਿੰਨੀ ਤਬਾਹੀ ਮਚਾਉਂਦੇ ਹੋਣਗੇ। ਇਹਨੂੰ ਵੀ ਆਪਾਂ ਸਮਾਜ ਵਿੱਚ ਵੇਖ ਸਕਦੇ ਹਾਂ ਕਿ ਕਾਮੀ ਪੁਰਸ਼ ਨੇ ਕਿੰਨੀ ਤਬਾਹੀ ਦੁਨੀਆ 'ਚ ਮਚਾਈ ਹੈ। ਕਰੋਧੀ ਮਨੁੱਖ ਨੇ ਕਿੰਨੀ ਤਬਾਹੀ ਸੰਸਾਰ ਵਿੱਚ, ਕਰੋਧੀ ਬੰਦੇ ਦੇ ਹੱਥੋਂ ਕਿੰਨੀ ਤਬਾਹੀ ਹੁੰਦੀ ਹੈ। ਜਿਹੜਾ ਵਾਸ਼ਨਾਵਾਂ ਦੇ ਨਾਲ ਭਰਿਆ ਹੋਇਆ, ਕਾਮ ਦੇ ਨਾਲ ਭਰਿਆ ਮਨੁੱਖ ਹੈ, ਉਹਨੇ ਕਿੰਨੀ ਤਬਾਹੀ ਲਿਆਂਦੀ ਹੈ ਸੰਸਾਰ 'ਚ, ਕਿੰਨਿਆਂ ਦੀ ਜ਼ਿੰਦਗੀ ਬਰਬਾਦ ਕੀਤੀ ਹੈ, ਕਿੰਨਿਆਂ ਦੀ ਪੱਤ ਉਹਨੇ ਜਿਹੜੀ ਹੈ ਉਹ ਲੁੱਟੀ ਹੈ, ਕਿੰਨਿਆਂ ਨੂੰ ਮੌਤ ਦੇ ਘਾਟ ਉਤਾਰਿਆ, ਕਿੰਨਿਆਂ ਨੂੰ ਜਿਉਂਦਿਆਂ ਨੂੰ ਸਾੜਿਆ, ਕਿੰਨਿਆਂ ਨੂੰ ਜਿਹੜਾ ਉਹ ਕਿੰਨਿਆਂ ਤੇ ਤੇਜ਼ਾਬ ਜਿਹੜਾ ਉਹ ਸੁੱਟਿਆ। ਕੀ ਕੁਛ ਨਹੀਂ ਕੀਤਾ ਕਾਮੀ ਪੁਰਸ਼ ਨੇ। ਇਹ ਸਾਰੇ ਨਤੀਜੇ ਸਾਡੇ ਸਾਹਮਣੇ ਨੇ। ਕਾਮੀ ਪੁਰਸ਼ ਕੋਲੋਂ ਕਿੰਨੀਆਂ ਤਬਾਹੀਆਂ ਹੋਈਆਂ, ਕਰੋਧੀ ਪੁਰਸ਼ ਕੋਲੋਂ, ਲੋਭੀ ਕੋਲੋਂ, ਹੰਕਾਰੀ ਕੋਲੋਂ। ਇਹ ਜਿੰਨੇ ਵੀ ਵਿਕਾਰ ਨੇ, ਇਹਨਾਂ ਵਿਕਾਰਾਂ ਦੀਆਂ ਲਹਿਰਾਂ ਜਦੋਂ ਉੱਠਦੀਆਂ ਨੇ ਤੇ ਹੜ੍ਹ ਆਉਂਦਾ ਹੈ, ਉਸ ਹੜ੍ਹ ਵਿੱਚ ਆਪ ਵੀ ਬੰਦਾ ਰੁੜ ਜਾਂਦਾ ਹੈ ਤੇ ਕਈਆਂ ਨੂੰ ਵੀ ਰੋੜ ਦਿੰਦਾ ਹੈ। ਇਸੇ ਲਈ ਸਾਨੂੰ ਗੁਰਬਾਣੀ ਵਿੱਚੋਂ ਇੱਕ ਸਿੱਖਿਆ ਮਿਲਦੀ ਹੈ ਕਿ ਤੁਸੀਂ ਯਤਨ ਕਰੋ, ਕਦੇ ਕਿਸੇ ਵਿਕਾਰੀ ਦੀ ਸੰਗਤ ਨਾ ਕਰੋ। ਜਿਹੜਾ ਕਾਮੀ, ਕਰੋਧੀ, ਲੋਭੀ, ਹੰਕਾਰੀ, ਵਿਕਾਰੀ ਹੈ ਨਾ, ਕਦੇ ਵੀ ਉਹਦਾ ਸੰਗ ਨਾ ਕਰਿਓ, ਕਿਉਂਕਿ ਉਹ ਆਪ ਤਾਂ ਰੁੜੇਗਾ, ਨਾਲ ਤੁਹਾਨੂੰ ਵੀ ਰੋੜ ਦੇਗਾ। ਉਹਦੀ ਜ਼ਿੰਦਗੀ ਵਿੱਚ ਤਾਂ ਤਬਾਹੀ ਆਏਗੀ, ਪਰ ਤੁਹਾਡੀ ਜ਼ਿੰਦਗੀ ਵੀ ਉਹਦਾ ਸੰਗ ਕਰਕੇ ਤੁਹਾਡੀ ਜ਼ਿੰਦਗੀ ਵੀ ਤਬਾਹ ਹੋ ਜਾਏਗੀ। ਅਸੀਂ ਉਹਨਾਂ ਦੀ ਸੰਗਤ ਕਰਨੀ ਹੈ ਜਿਹੜੇ ਤਰਨਾ ਜਾਣਦੇ ਨੇ, ਜਿਹੜੇ ਨਾਮ ਦੇ ਰੰਗ ਵਿੱਚ ਰੰਗ ਰਤੜੀਆਂ ਗੁਰਮੁਖ ਰੂਹਾਂ ਨੇ, ਔਰ ਜਿਨ੍ਹਾਂ ਨੇ ਇਸ ਭਵਜਲ ਨੂੰ ਪਾਰ ਕੀਤਾ ਹੈ। ਅਸੀਂ ਉਹਨਾਂ ਨੂੰ ਪੁੱਛਣਾ ਵੀ ਸਾਨੂੰ ਵੀ ਕੁਝ ਤਜਰਬਾ ਦਿਓ, ਸਾਨੂੰ ਵੀ ਕੁਝ ਹੁਨਰ ਤੁਸੀਂ ਦਿਓ, ਸਾਨੂੰ ਵੀ ਕੁਝ ਮਤ ਸਿੱਖਿਆ ਦਿਓ, ਅਸੀਂ ਇਹ ਸੰਸਾਰ ਸਮੁੰਦਰ ਕਿਵੇਂ ਪਾਰ ਕਰਨਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਨੂੰ ਪਹਿਲੇ ਜਾਮੇ ਦੇ ਵਿੱਚ ਸਮਝਾਉਂਦੇ ਨੇ, ਤੇ ਅੱਜ ਦਾ ਜਿਹੜਾ ਬਚਨ ਹੈ ਇਹ ਵੀ ਗੁਰੂ ਨਾਨਕ ਸਾਹਿਬ ਜੀ ਦਾ, ਕਿ ਜੇ ਅਸੀਂ ਭਵਜਲ ਤੋਂ ਪਾਰ ਹੋਣਾ ਤੇ ਸਾਨੂੰ ਸਿਆਣੇ ਜਿਹੜੇ ਪੁਰਸ਼ ਨੇ ਉਹਨਾਂ ਦੀ ਸੰਗਤ ਕਰਕੇ ਉਹਨਾਂ ਤੋਂ ਪੁੱਛਣਾ ਪਏਗਾ। ਹੁਣ ਅਸੀਂ ਇੱਥੇ ਵੀ ਮਾਰ ਖਾ ਗਏ, ਅਸੀਂ ਸਿਆਣੇ ਹੋਰ ਲੱਭ ਲਏ। ਗੁਰਬਾਣੀ ਵਿੱਚ ਜਿਨ੍ਹਾਂ ਨੂੰ ਸਿਆਣਾ ਕਿਹਾ ਗਿਆ ਸੀ, ਭਾਵ ਜਿਹਨੂੰ ਸੋਝੀ ਸੀ ਕਿ ਕਿਵੇਂ ਇਹ ਸੰਸਾਰ ਸਮੁੰਦਰ ਪਾਰ ਕਰਨਾ ਹੈ, ਇਹ ਵਿਕਾਰਾਂ ਵਾਲਾ ਸਮੁੰਦਰ, ਇਹ ਕਾਮ, ਕਰੋਧ, ਲੋਭ, ਮੋਹ, ਹੰਕਾਰ ਦੀਆਂ ਜਿਹੜੀਆਂ ਲਹਿਰਾਂ ਉੱਠਦੀਆਂ ਨੇ, ਕਿਵੇਂ ਇਹਦੇ ਤੋਂ ਬਚਣਾ ਹੈ, ਜਾਂ ਜਿਹੜੇ ਮਗਰਮੱਛ ਨੇ ਕਿਵੇਂ ਇਹਨਾਂ ਤੋਂ ਆਪਣਾ ਬਚਾਅ ਕਰਨਾ ਹੈ, ਇਹ ਅਸੀਂ ਸਿੱਖਣਾ ਸੀ। ਸਾਨੂੰ ਕਿਹਾ ਸੀ ਜਿਹਨੂੰ ਸੋਝੀ ਹੋ ਗਈ, ਜਿਹੜਾ ਸੂਝਵਾਨ ਸਿਆਣਾ ਹੈ, ਜਿਹਦੇ ਕੋਲ ਇਹ ਤਜਰਬਾ ਹੈ ਭਵਜਲ ਪਾਰ ਕਰਨ ਦਾ, ਪਰ ਅਸੀਂ ਇੱਥੇ ਵੀ ਮਾਰ ਖਾ ਗਏ, ਅਸੀਂ ਸਿਆਣੇ ਹੋਰ ਲੱਭ ਲਏ। ਤੇ ਉਹਨਾਂ ਸਿਆਣਿਆਂ ਨੇ ਫਿਰ ਸਾਨੂੰ ਮੱਤ ਕੀ ਦਿੱਤੀ? ਉਹਨਾਂ ਨੇ ਸਾਨੂੰ ਮੱਤ ਇਹ ਦਿੱਤੀ ਕਿ ਤੂੰ ਸੋਮਵਾਰ ਆਹ ਕੰਮ ਕਰ, ਤੂੰ ਮੰਗਲਵਾਰ ਇਹ ਵਾਲਾ ਕੰਮ ਕਰ, ਤੂੰ ਬੁੱਧਵਾਰ ਨੂੰ ਆਹ ਕੰਮ ਕਰੀ ਤੇ ਵੀਰਵਾਰ ਨੂੰ ਇਹਨੂੰ ਧਿਆਈ, ਸ਼ੁੱਕਰਵਾਰ ਨੂੰ ਉਹਨੂੰ ਧਿਆਈ ਤੇ ਸ਼ਨੀਵਾਰ ਸ਼ਨੀ ਨੂੰ ਧਿਆਈ। ਇਹ 7 ਦੇ 7 ਵਾਰ ਉਹਨੇ ਸਾਨੂੰ ਉਲਝਾ ਕੇ ਰੱਖ ਦਿੱਤਾ, ਜਿਨ੍ਹਾਂ ਨੂੰ ਅਸੀਂ ਸਿਆਣੇ ਸਮਝਿਆ। ਉਹਨਾਂ ਨੇ ਸਾਨੂੰ ਗੁਰਮਤ ਦੀ ਰਾਹ ਤੋਰਨ ਦੀ ਬਜਾਏ ਮਨਮਤ ਦੇ ਰਾਹ ਤੋਰ ਦਿੱਤਾ। ਉਹਨਾਂ ਨੇ ਸਾਨੂੰ ਕੀ ਕੀਤਾ? ਸਾਨੂੰ ਧਾਗੇ ਤਵੀਤ ਨਾਲ ਜੋੜ ਦਿੱਤਾ, ਸਾਨੂੰ ਜਿਹੜਾ ਹੈ ਉਹ ਕਰਮ ਕਾਂਡ ਦੇ ਨਾਲ ਜੋੜ ਦਿੱਤਾ, ਵਹਿਮ ਭਰਮ ਦੇ ਵਿੱਚ ਪਾ ਦਿੱਤਾ। ਸਾਨੂੰ ਜਿਹੜੇ ਸੀ ਥਿਤ ਵਾਰ ਦੇ ਚੱਕਰਾਂ ਦੇ ਵਿੱਚ ਜਿਹੜਾ ਸੀ ਉਹ ਪਾ ਦਿੱਤਾ, ਸਾਨੂੰ ਚੰਦਰਮਾ ਸੂਰਜ ਨਾਲ ਜੋੜ ਕੇ ਰੱਖ ਦਿੱਤਾ। ਅਸੀਂ ਇਹਨਾਂ ਵਿੱਚ ਹੀ ਉਲਝ ਕੇ ਰਹਿ ਗਏ, ਸੋਚਿਆ ਕਿ ਸ਼ਾਇਦ ਇਦਾਂ ਸੰਸਾਰ ਸਮੁੰਦਰ ਪਾਰ ਹੋਣਾ ਹੈ, ਪਰ ਮਹਾਰਾਜ ਕਹਿੰਦੇ ਨਹੀਂ, ਇਹ ਤੁਹਾਡੇ ਮਨ ਦਾ ਭਰਮ ਹੈ, ਇਹ ਤੁਹਾਡੇ ਮਨ ਦਾ ਭੁਲੇਖਾ ਹੈ। ਤੁਸੀਂ ਕਿਹਦੇ ਕੋਲ ਕਿਹਨੂੰ ਸਿਆਣਾ ਸਮਝ ਕੇ ਚਲੇ ਗਏ, ਜਿਹੜਾ ਆਪ ਡੁੱਬੇਗਾ ਤੇ ਤੁਹਾਨੂੰ ਵੀ ਡੋਬ ਦੇਗਾ।
ਆਪ ਡੂਬੇ ਚਾਹੋਂ ਵੇਦ ਮੈਂ ਚੇਲੇ ਦੀਏ ਬਹਾਏ। ਆਪ ਤਾਂ ਡੁੱਬੇ ਹੀ ਡੁੱਬੇ, ਤੇ ਨਾਲ ਉਹਨਾਂ ਦੇ ਜਿਹੜੇ ਚੇਲੇ ਚਪਾਟੇ ਸੀ ਉਹ ਵੀ ਨਾਲ ਰੁੜ ਗਏ, ਕਿਉਂਕਿ ਜੇ ਗੁਰੂ ਹੀ ਨਹੀਂ ਉਹਨਾਂ ਦਾ ਤਰਿਆ ਤੇ ਅੱਗੋਂ ਚੇਲੇ ਕਿੱਥੋਂ ਤਰਨੇ ਸਨ। ਸਾਹਿਬ ਜੀ ਕਹਿੰਦੇ ਨੇ ਤੁਸੀਂ ਉੱਥੇ ਆਓ, ਮੰਨੈ ਤਰੇ ਤਾਰੇ ਗੁਰ ਸਿੱਖ। ਤਰੇ ਤਾਰੇ ਗੁਰ ਸਿੱਖ, ਕਹਿੰਦੇ ਜਿਹੜਾ ਤਰਿਆ ਹੈ ਤੇ ਜਿਹੜਾ ਤਾਰਨਾ ਜਾਣਦਾ ਹੈ ਉਸ ਗੁਰੂ ਦੇ ਸਿੱਖ ਆ ਕੇ ਬਣੋ ਤੇ ਉਸ ਗੁਰੂ ਦੀ ਗੱਲ ਆਪਣੇ ਮਨ ਦੇ ਵਿੱਚ ਮੰਨ ਲਓ। ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ। ਮਤ ਕੋ ਭਰਮ ਭੁਲੇ ਸੰਸਾਰ ਗੁਰ ਬਿਨ ਕੋਏ ਨਾ ਉਤਰਸ ਪਾਰ। ਮਤਾ ਕੋਈ ਭਰਮ ਦੇ ਵਿੱਚ ਰਵੇ। ਹੁਣ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਗੱਲ ਸਮਝਾਈ ਸੀ, ਉਸ ਅਕਾਲ ਪੁਰਖ ਨੂੰ ਸੰਬੋਧਨ ਕਰਦਿਆਂ, ਤੇਰਾ ਇੱਕੋ ਨਾਮ ਤਾਰੇ ਸੰਸਾਰ। ਤੇਰਾ ਇੱਕ ਨਾਮ ਹੀ ਹੈ ਜਿਹੜਾ ਸੰਸਾਰ ਸਮੁੰਦਰ ਤੋਂ ਸਾਨੂੰ ਪਾਰ ਲੰਘਾ ਸਕਦਾ ਹੈ। ਤੇਰਾ ਇੱਕੋ ਨਾਮ ਹੀ ਹੈ ਜਿਹੜਾ ਸਾਨੂੰ ਇਸ ਭਵਜਲ ਵਿੱਚੋਂ ਦੀ ਪਾਰ ਲੰਘਾ ਸਕਦਾ ਹੈ, ਜਾਂ ਇਸ ਸੰਸਾਰ ਸਮੁੰਦਰ ਵਿੱਚ ਕਿਵੇਂ ਤੈਰ ਕੇ ਪਾਰ ਲੰਘਣਾ ਹੈ, ਉਹ ਸਾਨੂੰ ਇੱਕ ਨਾਮ ਹੀ ਹੈ ਜਿਹੜਾ ਇਹ ਗੱਲ ਸਿਖਾ ਸਕਦਾ ਹੈ। ਤੇ ਇੱਕ ਨਾਮ ਨੂੰ ਕੀ ਕਰਨਾ ਸੀ? ਉਹਦਾ ਅਭਿਆਸ ਕਰਨਾ ਸੀ, ਉਹਦਾ ਜਾਪ ਕਰਨਾ ਸੀ। ਉਹਦੇ ਨਾਮ ਦਾ ਸਿਮਰਨ ਜਿਹੜਾ ਉਹ ਅਸੀਂ ਉਹਦੇ ਨਾਮ ਦਾ ਸਿਮਰਨ ਕਰਨਾ ਸੀ। ਪਰ ਅਸੀਂ ਸਿਆਣਿਆਂ ਨੂੰ ਪੁੱਛ ਬੈਠੇ ਕਿ ਕਿਵੇਂ ਭਵਜਲ ਪਾਰ ਹੋਏਗਾ। ਉਹਨਾਂ ਨੇ ਸਾਨੂੰ ਮੱਤ ਐਸੀ ਦੇ ਦਿੱਤੀ। ਗੁਰੂ ਨਾਨਕ ਸਾਹਿਬ ਜੀ ਤਾਂ ਕਹਿੰਦੇ ਜਪੋ ਤਾਂ ਏਕੋ ਨਾਮਾ, ਕਿਉਂਕਿ ਤੇਰਾ ਏਕ ਨਾਮ ਤਾਰੇ ਸੰਸਾਰ। ਮੈਂ ਇਹਾ ਆਸ ਇਹੋ ਆਧਾਰ, ਮੇਰਾ ਤੇ ਇਹੀ ਆਸਰ ਹੈ ਤੇ ਮੈਨੂੰ ਇਹਦੇ ਤੇ ਹੀ ਭਰੋਸਾ ਹੈ, ਤੇ ਇਸ ਲਈ ਭਾਈ ਜਪੋ ਤਾਂ ਏਕੋ ਨਾਮਾ। ਹੁਣ ਜਿਹੜੇ ਅਸੀਂ ਸਿਆਣਿਆਂ ਕੋਲ ਬਾਬਿਆਂ ਕੋਲ ਅਸੀਂ ਚਲੇ ਗਏ, ਉਹਨਾਂ ਨੇ ਕੀ ਆਖਿਆ? ਅਸੀਂ ਕਿਹਾ ਜੀ ਸਾਡੇ ਜੀਵਨ ਵਿੱਚ ਮੁਸ਼ਕਲਾਂ ਵਾਉਣ ਨੇ ਕਿਵੇਂ ਪਾਰ ਲੰਘਾਂਗੇ? ਉਹਨਾਂ ਆਖਿਆ ਇਦਾਂ ਕਰ, 11 ਨਿਤਨੇਮ ਦੇ ਗੁਟਕਾ ਸਾਹਿਬ ਲੈ ਕੇ ਤੇ ਗੁਰਦੁਆਰੇ ਦੇ ਆਈ, ਤੇਰਾ ਕੰਮ ਬਣ ਜਾਏਗਾ। ਤੂੰ 21 ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਜਾ ਕੇ ਗੁਰੂ ਘਰ ਦੇ ਆਈ, ਤੇਰਾ ਕੰਮ ਬਣ ਜਾਏਗਾ। ਉਹਨਾਂ ਇਹ ਨਹੀਂ ਕਿਹਾ ਵੀ ਤੂੰ ਉਹਨੂੰ ਨਿਤਨੇਮ ਦੇ ਗੁਟਕਾ ਸਾਹਿਬ ਨੂੰ ਖੋਲ ਕੇ ਉਹਦਾ ਜਾਪ ਕਰਨਾ ਹੈ। ਇਹ ਨਹੀਂ ਆਖਿਆ ਵੀ ਤੂੰ ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬ ਲੈ ਕੇ ਤੂੰ ਉਹਦਾ ਜਾਪ ਕਰਨਾ ਹੈ। ਇਹ ਨਹੀਂ ਆਖਿਆ। ਜਿਹੜਾ ਸੱਚਾ ਨਾਮ ਤੈਨੂੰ ਦਿੱਤਾ ਹੈ ਉਸ ਨਾਮ ਦਾ ਤੂੰ ਜਾਪ ਕਰਨਾ ਹੈ। ਉਹਨਾਂ ਨੇ ਕੀ ਆਖਿਆ? ਅਸੀਂ ਸਿਆਣੇ ਸਮਝ ਕੇ ਗਏ, ਉਹਨਾਂ ਨੇ ਫਿਰ ਆਪਣੀ ਸਿਆਣਪ ਦਿਖਾ ਦਿੱਤੀ। ਅਸੀਂ ਸਤਿਕਾਰ ਕਰਨਾ ਸੀ, ਅਸੀਂ ਆਪ ਹੀ ਗੁਰਬਾਣੀ ਦੀ ਬੇਅਦਬੀ ਕਰ ਰਹੇ ਹਾਂ। ਸਾਡੇ ਮਨ ਵਿੱਚ ਇੱਕੋ ਹੀ ਗੱਲ ਸੀ ਵੀ ਮੈਂ ਗੁਰੂ ਦੁਆਰੇ ਜਾਣਾ। 11, 21, 31, 51 ਜਿੰਨੇ ਮੈਨੂੰ ਕਹੇ ਮੈਂ ਗੁਟਕਾ ਸਾਹਿਬ ਲੈ ਕੇ ਗੋਲਕ ਤੇ ਰੱਖ ਆਉਣਾ ਤੇ ਇੱਕ ਰਮਾਲਾ ਸਾਹਿਬ ਜਿਹੜਾ ਉਹ ਗੁਰੂ ਸਾਹਿਬ ਜੀ ਨੂੰ ਦੇ ਆਉਣਾ, ਬਸ ਭਵਜਲ ਪਾਰ ਹੋ ਜਾਏਗਾ। ਪਰ ਤੁਸੀਂ ਦੱਸੋ, ਜਾਂ ਜਿੱਥੇ ਤੱਕ ਵੀ ਕੋਈ ਸੁਣਦਾ ਹੈ ਕਿ ਇਸ ਤਰ੍ਹਾਂ ਭਵਜਲ ਪਾਰ ਹੋਇਆ ਜਾ ਸਕਦਾ ਹੈ? ਸ਼ਾਇਦ ਉਨੀ ਮਤ ਨਾ ਹੋਵੇ ਤੁਹਾਡੇ ਵਿੱਚੋਂ ਕਿਸੇ ਕੋਲ ਐਸੀ ਮਤ ਹੋਵੇ ਕਿ ਇਸ ਤਰ੍ਹਾਂ ਕਰਨ ਨਾਲ ਭਵਜਲ ਪਾਰ ਹੋਵੇ। ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਆਪਾਂ ਕੱਟ ਰਹੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਮਹਾਰਾਜ ਕਹਿੰਦੇ ਜਪ ਤੈਨੂੰ ਜਪਣ ਵਾਸਤੇ ਦਿੱਤੀ ਹੈ ਬਾਣੀ, ਪਰ ਸਾਨੂੰ ਆਖਿਆ ਵੀ ਤੂੰ ਬਾਣੀ ਪੜ੍ਹਨੀ ਸੁਣਨੀ ਨਹੀਂ, ਬਸ ਇੱਕ ਕੰਮ ਆ ਕਰਕੇ ਆਉਣਾ। ਤੇ ਹੋਇਆ ਕੀ? ਇੰਨੇ ਨਿਤਨੇਮ ਦੇ ਗੁਟਕੇ ਸੁਖਮਨੀ ਸਾਹਿਬ ਜੀ ਦੇ ਗੁਟਕਾ ਸਾਹਿਬ ਜਿਹੜੇ ਸੀ ਇਕੱਤਰ ਹੋ ਗਏ। ਹੁਣ ਉਹਨਾਂ ਦੀ ਸੰਭਾਲ ਕਿੱਦਾਂ ਕੀਤੀ ਜਾਏ? ਅਸੀਂ ਰੁਮਾਲਾ ਸਾਹਿਬ ਜਿਹੜੇ ਸੀ ਛੋਟੇ ਆਕਾਰ ਦੇ, ਬੇਨਤੀ ਨੂੰ ਸਮਝਿਓ, ਅੱਗੇ ਵੀ ਬੜੀ ਵਾਰ ਬੇਨਤੀ ਕੀਤੀ ਹੈ ਔਰ ਦੇਖਣ 'ਚ ਆਇਆ ਜਿੰਨੀ ਆਪ ਬੇਨਤੀ ਕਰਦੇ ਹਾਂ ਉਹਦੇ ਨਾਲੋਂ ਸੰਗਤ ਹੋਰ ਵੱਧ ਕੇ ਲਿਆਉਂਦੀ। ਸ਼ਾਇਦ ਵੀ ਅਸੀਂ ਮਾੜਾ ਕਹਿ ਰਹੇ ਹਾਂ, ਮਾੜਾ ਨਹੀਂ, ਇਹ ਭਲੇ ਵਾਸਤੇ ਕਹਿ ਰਹੇ ਹਾਂ ਵੀ ਕਿਤੇ ਨਾ ਕਿਤੇ ਸਾਡੀ ਸ਼ਰਧਾ ਅੰਨੀ ਸ਼ਰਧਾ ਤੇ ਨਹੀਂ ਹੋ ਰਹੀ, ਕਿਤੇ ਸਾਡੀ ਸ਼ਰਧਾ ਜਿਹੜੀ ਹੈ ਉਹ ਕਿਤੇ ਬੇਅਦਬੀ ਦਾ ਕਾਰਨ ਤੇ ਨਹੀਂ ਬਣ ਰਹੀ। ਸਾਨੂੰ ਆਪਣੇ ਆਪਣੇ ਅੰਦਰ ਝਾਤ ਮਾਰ ਕੇ ਸੋਚਣਾ ਪੈਣਾ ਹੈ, ਕਿਸੇ ਦੀ ਸ਼ਰਧਾ ਭਾਵਨਾ ਨੂੰ ਠੇਸ ਨਹੀਂ ਹੈ।
ਅਸੀਂ ਰੁਮਾਲਾ ਸਾਹਿਬ ਜਿਹੜੇ ਛੋਟੇ ਆਕਾਰ ਦੇ ਸੀ ਕਿੰਨੇ ਹੀ ਲਿਆ ਕੇ ਗੁਰੂ ਸਾਹਿਬ ਜੀ ਨੂੰ ਦਿੱਤੇ, ਪਰ ਉਹ ਕਿਸੇ ਕੰਮ ਜਿਹੜਾ ਸੀ ਨਹੀਂ ਆਏ, ਜਿਵੇਂ ਤੈਅ ਲੱਗੀ ਸੀ ਉਵੇਂ ਹੀ ਰਹਿ ਗਏ। ਕਿਉਂਕਿ ਗੁਰੂ ਸਾਹਿਬ ਦੇ ਜਿਹੜਾ ਪ੍ਰਕਾਸ਼ਮਾਨ ਤੁਸੀਂ ਵੇਖ ਰਹੇ ਹੋ, ਉੱਥੇ ਵੱਡੇ ਆਕਾਰ ਦਾ ਰੁਮਾਲਾ ਸਾਹਿਬ ਸੁਸ਼ੋਭਿਤ ਹੁੰਦਾ ਹੈ। ਅਸੀਂ ਕੀ ਕਰੀਏ, ਜਾਂ ਤੇ ਅਸੀਂ 2-4 ਸੱਜਣ ਰਲ ਕੇ, ਜੇ ਸੇਵਾ ਨਿਭਾਉਣੀ ਹੋਈ ਹੈ ਰੁਮਾਲਾ ਸਾਹਿਬ ਦੀ, ਤਾਂ 2-4 ਸੱਜਣ ਰਲ ਕੇ ਆਪਾਂ ਇੱਕ ਰੁਮਾਲਾ ਸਾਹਿਬ ਉਹ ਤਿਆਰ ਕਰਵਾਈਏ ਜਿਹੜਾ ਗੁਰੂ ਸਾਹਿਬ ਦੇ ਦਰਬਾਰ ਵਿੱਚ ਗੁਰੂ ਸਾਹਿਬ ਦੇ ਸੁਸ਼ੋਭਿਤ ਵੀ ਹੋ ਜਾਏ, ਵੱਡੇ ਆਕਾਰ ਦਾ। ਠੀਕ ਹੈ, ਸਾਡੇ ਕਈ ਵਾਰ ਐਸਾ ਹੁੰਦਾ ਹੈ ਕਿ ਬੰਦੇ ਕੋਲ ਮਾਇਆਵੀ ਸਮਰੱਥਾ ਉਨੀ ਕੁ ਹੁੰਦੀ ਹੈ, ਤੇ ਉਹ ਕੀ ਕਰੇ, 2-4 ਸੱਜਣ ਜਿਹੜੇ ਆ ਉਹ ਨਾਲ ਰਲਾ ਕੇ, ਅਸੀਂ ਸੇਵਾ ਹੀ ਕਰਨੀ ਹੈ ਨਾ, ਤੇ ਉਹ ਅਸੀਂ ਰਲ ਕੇ ਐਸਾ ਇੱਕ ਰੁਮਾਲਾ ਸਾਹਿਬ ਤਿਆਰ ਕਰਵਾ ਲਈਏ ਜਿਹਦੇ ਨਾਲ ਗੁਰੂ ਸਾਹਿਬ ਜੀ ਨੂੰ ਸੁਸ਼ੋਭਿਤ ਵੀ ਹੁੰਦਾ ਰਵੇ। ਤੇ ਨਹੀਂ ਤੇ ਫਿਰ ਥੋੜਾ ਸਮਾਂ ਰੁਕ ਕੇ ਜਦੋਂ ਤੁਹਾਡੇ ਕੋਲ ਸਮਰੱਥਾ ਹੋਵੇ, ਇਨਕਾਰ ਨਹੀਂ, ਇੱਥੇ ਨਾ ਨਹੀਂ ਕੀਤੀ ਜਾ ਰਹੀ ਵੀ ਨਾ ਤੁਸੀਂ ਇਹ ਕਰੋ, ਪਰ ਉਸ ਢੰਗ ਨਾਲ ਕਰੋ ਜਿਹਦੇ ਨਾਲ ਗੁਰੂ ਸਾਹਿਬ ਦੀਆਂ ਖੁਸ਼ੀਆਂ ਮਿਲਣ। ਜਿਹੜਾ ਤੁਹਾਡੀ ਸੇਵਾ ਕੀਤੀ ਲੇਖੇ ਵੀ ਲੱਗ ਜਾਏ, ਸੁਸ਼ੋਭਿਤ ਵੀ ਜਿਹੜਾ ਉਹ ਹੁੰਦਾ ਰਵੇ। ਐਸਾ ਨਹੀਂ ਕਿ ਮੁੜ ਕੇ ਉਹਨੂੰ ਸੰਭਾਲ ਕਰਨੀ ਜਿਹੜੀ ਆ ਔਖੀ ਹੋ ਜਾਏ। ਹੁਣ ਲਿਆ ਰਹੇ ਹਾਂ ਅਸੀਂ, ਉਹਨੂੰ ਲਿਆ ਕੇ ਅਸੀਂ ਜਿਹੜਾ ਉਹ ਰੱਖ ਰਹੇ ਹਾਂ, ਪਰ ਦੇਖਿਆ ਜਾਏ ਤੇ ਨਿਤਨੇਮ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਬਹੁਤ ਨੇ, ਸਿਰਫ ਉਹਨਾਂ ਨੂੰ ਪੜਨ ਵਾਲਿਆਂ ਦੀ ਕਮੀ ਹੈ। ਹੁਣ ਉੱਥੇ ਜਿਹੜਾ ਉਹ ਪ੍ਰਬੰਧਕ ਕੀ ਕਰੇਗਾ ਉੱਥੇ? ਇਸ ਲਈ ਇਹ ਸਲਾਹ ਮਸ਼ਵਰਾ ਕੀਤਾ ਗਿਆ ਵੀ ਪਿਆਰ ਸਹਿਤ ਹੱਥ ਜੋੜ ਕੇ ਬੇਨਤੀ ਕਰੋ ਕਿ ਗੁਟਕਾ ਸਾਹਿਬ ਜਿਹੜੇ ਨੇ ਇਹ ਨਿਤਨੇਮ ਦੇ ਸੁਖਮਨੀ ਸਾਹਿਬ ਦੇ, ਇਹ ਬਹੁਤ ਸੰਗਤਾਂ ਵਾਸਤੇ ਜਿਹੜੇ ਮੌਜੂਦ ਨੇ ਦਰਬਾਰ ਦੇ ਵਿੱਚ, ਆਪਾਂ ਇਹਦੀ ਜਗ੍ਹਾ ਤੇ ਕੋਈ ਹੋਰ ਸੇਵਾਵਾਂ ਬਹੁਤ ਨੇ ਕਰਨ ਵਾਲੀਆਂ। ਜ਼ਰੂਰੀ ਨਹੀਂ ਕਿ ਗੁਰੂ ਸਾਹਿਬ ਦੀਆਂ ਖੁਸ਼ੀਆਂ, ਉਹ ਤੇ ਅਸੀਂ ਤਾਂ ਵੀ ਕਿਸੇ ਬਾਬੇ ਨੇ ਸਾਨੂੰ ਸਲਾਹ ਦਿੱਤੀ ਸੀ, ਮਾਫ ਕਰਨਾ, ਉਤੇ ਕਿਸੇ ਸਿਆਣੇ ਨੂੰ ਪੁੱਛ ਬੈਠੇ ਵੀ ਸਾਡੀ ਉਲਝਣਾਂ ਕਿਵੇਂ ਸੁਲਝਣਗੀਆਂ, ਅਸੀਂ ਕਿਵੇਂ ਇਹਦੇ ਵਿੱਚੋਂ ਨਿਕਲਾਂਗੇ, ਉਹਨੇ ਹੱਲ ਦੱਸ ਦਿੱਤਾ। ਅਸੀਂ ਆਖਿਆ ਕੰਮ ਹੀ ਬੜਾ ਸੌਖਾ ਹੈ, ਇਹ ਤੇ ਕੰਮ ਹੀ। ਹੁਣ ਜਿੰਨਾ ਸਿਆਣਿਆਂ ਨੂੰ ਅਸੀਂ ਪੁੱਛਣ ਜਾਂਦੇ ਆ, ਉਹ ਤੇ ਇਹ ਵੀ ਕਹਿ ਦਿੰਦੇ ਨੇ ਤੁਸੀਂ ਸਮੋਸਾ ਇਸ ਰੰਗ ਦੀ ਚਟਨੀ ਨਾਲ ਖਾ ਲਓ ਤੇ ਤਾਂ ਤੁਹਾਡੀ ਗੱਲ ਬਣ ਜਾਏਗੀ, ਤਾਂ ਤੁਹਾਡੀਆਂ ਉਲਝਣਾਂ ਸੁਲਝ ਜਾਣਗੀਆਂ। ਫਿਰ ਸਾਨੂੰ ਗੁਰਬਾਣੀ ਪੜ੍ਹਨ ਦੀ ਕੀ ਲੋੜ ਸੀ? ਫਿਰ ਸਾਨੂੰ ਬਾਬੇ ਨਾਨਕ ਦੀ ਸ਼ਰਨ ਵਿੱਚ ਆਉਣ ਦੀ ਕੀ ਲੋੜ ਹੈ? ਲੋੜ ਹੈ, ਕਿਉਂਕਿ ਮਤ ਕੋ ਭਰਮ ਭੁਲੇ ਸੰਸਾਰ, ਗੁਰ ਬਿਨ ਕੋਏ ਨਾ ਉਤਰਸ ਪਾਰ। ਇਦਾਂ ਤੇ ਦੁਨੀਆ ਪਤਾ ਨਹੀਂ ਕਿੰਨੇ ਰੋਜ਼ ਸਮੋਸੇ ਖਾਂਦੀ ਹੋਏਗੀ, ਇਹ ਸਾਰੇ ਹੀ ਤਰ ਗਏ। ਸਾਰਿਆਂ ਦੀ ਜ਼ਿੰਦਗੀ ਚੋਂ ਮੁਸ਼ਕਲਾਂ ਦੂਰ ਹੋ ਗਈਆਂ, ਦੁੱਖ ਕੱਟੇ ਗਏ ਉਹਨਾਂ ਦੇ, ਪਤਾ ਨਹੀਂ ਕਿੰਨੀਆਂ ਬਿਮਾਰੀਆਂ ਭਿਆਨਕ ਲਾ ਕੇ ਬੈਠੇ ਹੋਣਗੇ। ਤੇ ਡਾਕਟਰ ਵੀ ਕਹਿੰਦੇ ਹੋਣਗੇ ਤੈਨੂੰ ਇੱਕ ਸਲਾਹ ਦਿੰਨੇ ਆ, ਅੱਜ ਤੋਂ ਬਾਅਦ ਤਲੀਆਂ ਚੀਜ਼ਾਂ ਨਾ ਖਾਈ। ਤੇ ਅਸੀਂ ਕਹਾਂਗੇ ਵੀ ਸਾਨੂੰ ਤਾਂ ਸਿਆਣੇ ਬਾਬੇ ਨੇ ਕਿਹਾ ਸੀ ਤੂੰ ਖਾਇਆ ਕਰ, ਤੇਰੇ ਦੁੱਖ ਕੱਟੇ ਜਾਣਗੇ। ਤੇ ਡਾਕਟਰ ਕਹਿੰਦਾ ਫਿਰ ਹੋਰ ਖਾ ਲਈ, ਜਿਹੜਾ 2-4 ਜ਼ਿੰਦਗੀ ਦੇ ਸਵਾਸ ਬਚੇ ਉਹ ਵੀ ਛੇਤੀ ਮੁੱਕ ਜਾਣਗੇ। ਵੀ ਇਹ ਤਲੀਆਂ ਚੀਜ਼ਾਂ ਜਿਹੜੀਆਂ ਉਹਦੇ ਤੋਂ ਤੂੰ ਆਪਣਾ ਬਚਾਅ ਕਰ, ਪਰ ਸਾਨੂੰ ਸਿਆਣੇ ਨੇ ਆਖਿਆ ਤੂੰ ਇਹ ਕੰਮ ਕਰ। ਜਿਹੜੇ ਗੁਰਬਾਣੀ ਨੇ ਸਾਨੂੰ ਜਿਸ ਕੰਮ ਤੋਂ ਵਰਜਿਆ, ਅਸੀਂ ਉਸੇ ਪਾਸੇ ਤੁਰ ਕੇ ਤੇ ਫਿਰ ਗੁਰੂ ਦੇ ਦਰ ਤੇ ਆ ਕੇ ਉਹੀ ਕਰਮ ਕਰਦੇ ਆਂ, ਫਿਰ ਖੁਸ਼ੀਆਂ ਕਿਵੇਂ ਮਿਲਣਗੀਆਂ? ਇਹ ਅਸੀਂ ਸਾਰਿਆਂ ਨੇ ਰਲ ਕੇ ਸੋਚ ਵਿਚਾਰ ਇਹਦੀ ਕਰਨੀ ਹੈ। ਤੇ ਜੇ ਕਿ ਤੁਹਾਨੂੰ ਕਿਤੇ ਗਲਤ ਲੱਗੇ ਤੇ ਜ਼ਰੂਰ ਆਪਣੀ ਸਲਾਹ ਦਿਆ ਜੇ। ਜਿਹੜੇ ਅੱਜ ਦੇ ਬਚਨ ਨੇ ਗੁਰੂ ਨਾਨਕ ਸਾਹਿਬ ਜੀ ਦੇ, ਇਹਨੂੰ ਸਮਝਣ ਵਾਸਤੇ ਸਾਹਿਬ ਜੀ ਨੇ ਆਖਿਆ ਇੱਕ ਗੱਲ ਧਿਆਨ ਵਿੱਚ ਰੱਖਿਓ, ਉਹਦਾ ਨਾਮ ਹੀ ਤੁਹਾਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਸਕਦਾ ਹੈ। ਹੋਰ ਕੋਈ ਦੂਜਾ ਜਰੀਆ, ਦੂਜਾ ਰਸਤਾ ਹੈ ਹੀ ਨਹੀਂ। ਜਿੰਨੇ ਮਰਜ਼ੀ ਬਾਬਿਆਂ ਕੋਲ ਚਲੇ ਜਾਓ, ਸਿਆਣਿਆਂ ਕੋਲ ਚਲੇ ਜਾਓ, ਜਿੰਨੀ ਮਰਜ਼ੀ ਤੁਸੀਂ ਮੱਤ ਲੈ ਲਓ, ਹੱਥ ਦੀਆਂ ਰੇਖਾਵਾਂ ਦਿਖਾ ਲਓ, ਜਨਮ ਪੱਤਰੀਆਂ ਵਿਖਾ ਲਓ, ਪਰ ਜੇ ਭਵਜਲ ਚੋਂ ਪਾਰ ਹੋਣਾ ਤੇ ਇੱਕ ਨਾਮ ਹੀ ਹੈ ਜਿਹੜਾ ਤਾਰ ਸਕਦਾ ਹੈ। ਤੇ ਜੇ ਅਸੀਂ ਦੇਖੋ, ਇੱਕ ਤੇ ਹੁੰਦਾ ਨਾ ਪਾਣੀ ਵਿੱਚ ਡੁੱਬ ਗਿਆ, ਇੱਕ ਤੇ ਵੀ ਪਾਣੀ ਬੜਾ ਜ਼ਿਆਦਾ ਸੀ ਡੁੱਬ ਗਿਆ, ਤੇ ਉਹਨੂੰ ਕੀ ਕਹੋਗੇ ਜਿਹੜਾ ਪਾਣੀ ਤੋਂ ਬਿਨਾਂ ਹੀ ਡੁੱਬ ਗਿਆ? ਉਹਨੂੰ ਤੁਸੀਂ ਕੀ ਕਹੋਗੇ?
ਉੱਥੇ ਤਾਂ ਹੈਰਾਨੀ ਹੋਏਗੀ ਵੀ ਕਮਾਲ ਦੀ ਗੱਲ ਹੈ, ਪਾਣੀ ਵਿੱਚ ਡੁੱਬਿਆ ਬੰਦਾ ਤੇ ਸਮਝ ਆਉਂਦਾ ਵੀ ਪਾਣੀ ਜਿਹੜਾ ਡੂੰਘਾ ਸੀ, ਗਹਿਰਾ ਸੀ, ਡੁੱਬ ਗਿਆ। ਪਰ ਹੱਦ ਹੋ ਗਈ, ਇਹ ਤੇ ਪਾਣੀ ਤੋਂ ਬਿਨਾਂ ਵੀ ਡੁੱਬ ਗਿਆ, ਤੇ ਜਿਹੜਾ ਪਾਣੀ ਤੋਂ ਬਿਨਾਂ ਡੁੱਬ ਗਿਆ ਉਹ ਕਿੰਨਾ ਅਭਾਗਾ ਹੋਏਗਾ, ਉਹਦੇ ਭਾਗ ਕਿੰਨੇ ਮੰਦੇ ਹੋਣਗੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਜ਼ਿਕਰ ਕੀਤਾ, ਕਹਿਣ ਲੱਗੇ ਬਿਨ ਸਤਿਗੁਰ, ਸਤਿਗੁਰੂ ਤੋਂ ਬਿਨਾਂ ਇਸ ਸੰਸਾਰ ਦੇ ਵਿੱਚ ਉਹ ਜੀਵ ਵੀ ਦੇਖੇ ਨੇ ਜਿਹੜੇ ਬਿਨ ਪਾਣੀ ਡੁੱਬ ਮੂਏ ਅਭਾਗੇ, ਬਿਨ ਪਾਣੀ ਡੁੱਬ ਮੂਏ ਅਭਾਗੇ। ਕਹਿੰਦੇ ਉਹ ਕਿੰਨੇ ਵੱਡੇ ਅਭਾਗੇ ਨੇ ਜਿਨ੍ਹਾਂ ਨੂੰ ਪਾਣੀ ਦੀ ਲੋੜ ਵੀ ਨਹੀਂ ਪਈ ਤੇ ਪਾਣੀ ਤੋਂ ਬਿਨਾਂ ਹੀ ਡੁੱਬ ਗਏ। ਉਹ ਕਿੰਨੇ ਮੰਦੇ ਭਾਗਾਂ ਵਾਲੇ ਹੋਣਗੇ। ਤੇ ਸਾਨੂੰ ਆਖਿਆ ਸੀ ਤੁਸੀਂ ਆਹ ਕਰਮ ਜੇ ਕਰੋਗੇ ਤਾਂ ਭਵਜਲ ਚੋਂ ਪਾਰ ਹੋ ਜਾਓਗੇ। ਗੁਰੂ ਅਮਰਦਾਸ ਜੀ ਕਹਿੰਦੇ ਤੁਹਾਡੇ ਤੋਂ ਵੱਡਾ ਅਭਾਗਾ ਹੀ ਕੋਈ ਨਹੀਂ ਹੈ, ਤੁਹਾਨੂੰ ਤੇ ਪਾਣੀ ਦੀ ਵੀ ਲੋੜ ਨਹੀਂ ਪਈ, ਤੁਸੀਂ ਤਾਂ ਬਿਨਾਂ ਪਾਣੀ ਤੋਂ ਹੀ ਡੁੱਬ ਗਏ। ਇਸ ਲਈ ਗੁਰੂ ਸਾਹਿਬ ਜੀ ਕਹਿੰਦੇ ਆ ਜਿਹੜੇ ਸਿਆਣਿਆਂ ਕੋਲ ਤੁਸੀਂ ਪੁੱਛਣ ਲਈ ਜਾਂਦੇ ਪਏ ਹੋ ਨਾ, ਉਹਨਾਂ ਦੇ ਪਾਸੇ ਨੂੰ ਛੱਡੋ, ਉਹਨਾਂ ਕੋਲ ਆਓ ਜਿਨ੍ਹਾਂ ਨੇ ਭਵਜਲ ਪਾਰ ਕੀਤਾ ਹੈ। ਹੁਣ ਅਸੀਂ ਪੁੱਛਾਂਗੇ ਉਹ ਕੌਣ ਨੇ, ਤੇ ਉਹ ਕੌਣ ਨੇ? ਉਹ ਹੈ ਧੰਨ ਗੁਰੂ ਨਾਨਕ ਸਾਹਿਬ। ਉਹ ਕੌਣ ਨੇ? ਉਹ 15 ਦੇ 15 ਭਗਤ ਨੇ। 15 ਭਗਤਾਂ ਨੂੰ ਕਦੇ ਪੁੱਛਿਆ, ਕਦੇ ਕਬੀਰ ਸਾਹਿਬ ਜੀ ਨੂੰ ਪੁੱਛਿਆ ਵੀ ਕਬੀਰ ਸਾਹਿਬ ਜੀ ਇਹ ਸਮੁੰਦਰ ਕਿਵੇਂ ਪਾਰ ਹੋਏਗਾ? ਅਸੀਂ ਚਲੇ ਗਏ ਉਹਨਾਂ ਜੋਤਸ਼ੀਆਂ ਕੋਲ, ਜਿਹੜੇ ਗੱਦੀਆਂ ਲਾ ਕੇ ਬੈਠੇ ਉਹਨਾਂ ਕੋਲ ਚਲੇ ਗਏ, ਅਡੰਬਰ ਰਚ ਕੇ ਬੈਠੇ ਨੇ ਉਹਨਾਂ ਕੋਲ ਚਲੇ ਗਏ, ਪਰ ਕਦੀ ਕਬੀਰ ਸਾਹਿਬ ਜੀ ਕੋਲ ਵੀ ਆ ਕੇ ਪੁੱਛਦੇ ਵੀ ਕਬੀਰ ਸਾਹਿਬ ਤੁਸੀਂ ਇਸ ਭਵਜਲ ਨੂੰ ਪਾਰ ਕਰਕੇ ਰਾਮ ਕਬੀਰਾ ਏਕ ਬਏ ਹੈ, ਤੁਸੀਂ ਇੱਕਮਿਕ ਹੋ ਗਏ ਉਹਦੇ ਵਿੱਚ, ਨਿਰੰਕਾਰ ਵਿੱਚ। ਸਾਨੂੰ ਵੀ ਕੋਈ ਜੁਗਤੀ ਦੇ ਦਿਓ, ਸਾਨੂੰ ਵੀ ਹੁਨਰ ਦੇ ਦਿਓ, ਸਾਨੂੰ ਵੀ ਇੱਕ ਕਲਾ ਦੇ ਦਿਓ, ਅਸੀਂ ਵੀ ਪਾਰ ਕਰਕੇ ਸੰਸਾਰ ਸਮੁੰਦਰ ਤੇ ਨਿਰੰਕਾਰ ਵਿੱਚ ਲੀਨ ਹੋ ਜਾਈਏ। ਕਦੇ ਅਸੀਂ ਭਗਤ ਰਵਿਦਾਸ ਜੀ ਦੇ ਕੋਲ ਬੈਠ ਕੇ ਉਹਨਾਂ ਨੂੰ ਪੁੱਛਿਆ? ਤੇ ਤੁਸੀਂ ਕਹੋਗੇ ਵੀ ਕਿੱਥੇ ਬੈਠੀਏ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਕੋਲ ਬੈਠੋ, ਭਗਤਾਂ ਦੀ ਬਾਣੀ ਪੜੋ, ਭਗਤਾਂ ਦੀ ਬਾਣੀ ਨੂੰ ਪੜ੍ਹ ਕੇ ਸਮਝੋ ਵੀ ਉਹ ਸਾਨੂੰ ਕੀ ਸਿੱਖਿਆ ਦੇ ਰਹੇ, ਕੀ ਸਾਨੂੰ ਸਿਆਣਪ ਦੇ ਰਹੇ ਨੇ ਵੀ ਆਹ ਕੰਮ ਤੂੰ ਇਹ ਕਰਮ ਇਸ ਤਰ੍ਹਾਂ ਕਰ। ਜੋ ਸਾਨੂੰ ਉਹ ਸਿੱਖਿਆ ਦਿੰਦੇ ਆ ਉਹਨੂੰ ਧਾਰਨ ਕਰਨਾ ਸੀ। ਨਾਮਦੇਵ ਜੀ ਨੂੰ ਪੁੱਛਣਾ ਸੀ। ਨਾਮਦੇਵ ਜੀ ਕਹਿੰਦੇ ਲੋਭ ਲਹਿਰ ਅਤ ਨੀਝਰ ਬਾਜੈ, ਕਾਇਆ ਡੂਬੈ ਕੇਸ਼ਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਕਹਿੰਦੇ ਆ ਸੰਸਾਰ ਸਮੁੰਦਰ ਦੇ ਵਿੱਚ ਲੋਭ ਦੀਆਂ ਲਹਿਰਾਂ ਬੜੀਆਂ ਉੱਠਦੀਆਂ ਪਈਆਂ ਨੇ, ਔਰ ਇਹਨਾਂ ਦੀ ਮਾਰ ਮੇਰੇ ਕੋਲੋਂ ਝੱਲੀ ਨਹੀਂ ਜਾ ਰਹੀ ਹੈ, ਮੇਰੇ ਕੋਲ ਇੰਨੀ ਪਾਵਰ ਹੀ ਨਹੀਂ। ਲੋਭ ਲਹਿਰ ਅਤ ਨੀਝਰ ਬਾਜੈ, ਕਹਿੰਦੇ ਲੋਭ ਦੀਆਂ ਇੰਨੀਆਂ ਜ਼ਬਰਦਸਤ, ਕਿਉਂਕਿ ਪ੍ਰੈਸ਼ਰ ਬਹੁਤ ਹੈ ਇਹਦੇ ਵਿੱਚ, ਇੰਨਾ ਜ਼ਿਆਦਾ ਇਹਦੇ ਵਿੱਚ ਪ੍ਰੈਸ਼ਰ ਹੈ। ਜਦੋਂ ਲੋਭ ਦੀ ਲਹਿਰ ਉੱਠਦੀ ਹੈ ਤੇ ਮੇਰਾ ਮਨ ਫਸ ਜਾਂਦਾ ਹੈ ਇਸ ਲਹਿਰ ਵਿੱਚ, ਫਿਰ ਉਹ ਮੈਨੂੰ ਵਹਾ ਕੇ ਪਤਾ ਨਹੀਂ ਕਿੱਥੇ ਲੈ ਜਾਂਦਾ ਹੈ। ਮੇਰੀ ਇਹ ਕਾਇਆ ਸਮੇਤ ਜ਼ਿੰਦਗੀ ਡੁੱਬ ਰਹੀ ਹੈ, ਸੰਸਾਰ ਸਮੁੰਦੇ ਤਾਰ ਗੋਬਿੰਦੇ। ਹੁਣ ਨਾਮਦੇਵ ਜੀ ਕਿਸੇ ਸਿਆਣੇ ਨੂੰ ਪੁੱਛਣ ਥੋੜੀ ਗਏ, ਕਿਸੇ ਜੋਤਸ਼ੀ ਨੂੰ ਪੁੱਛਣ, ਕਿਸੇ ਪੰਡਤ ਨੂੰ ਪੁੱਛਣ ਥੋੜੀ ਗਏ। ਉਹ ਤੇ ਗੋਬਿੰਦ ਨੂੰ ਕਹਿ ਰਹੇ ਨੇ, ਪਰਮਾਤਮਾ ਨੂੰ ਕਹਿ ਰਹੇ ਨੇ, ਤਾਰ ਲੈ ਬਾਪ ਬੀਠਲਾ। ਅਸੀਂ ਬੀਠਲ ਵੀ ਆਪਣਾ ਹੋਰ ਜਿਹੜਾ ਸੀ ਬਣਾ ਲਿਆ, ਅਸੀਂ ਅਸਲ ਬੀਠਲ ਭੁੱਲ ਗਏ। ਠਾਕੁਰ ਜਿਹੜਾ ਸਾਡਾ ਸੀ ਉਹਨੂੰ ਭੁਲਾ ਕੇ ਅਸੀਂ ਹੋਰ ਠਾਕੁਰ ਬਣਾ ਲਿਆ। ਸਾਡਾ ਸੁਆਮੀ ਜਿਹੜਾ ਸਾਰੀ ਦੁਨੀਆ ਦਾ ਸੀ, ਅਸੀਂ ਉਹਨੂੰ ਛੱਡ ਕੇ ਆਪਣਾ ਆਪਣਾ ਸੁਆਮੀ ਬਣਾ ਲਿਆ। ਜਿਹੜਾ ਜਗਤ ਗੁਰੂ ਬਾਬੇ ਦੇ ਰੂਪ ਵਿੱਚ ਸੀ ਉਹਨੂੰ ਛੱਡ ਕੇ ਅਸੀਂ ਆਪਣਾ ਆਪਣਾ ਗੁਰੂ ਬਣਾ ਲਿਆ। ਅਸੀਂ ਕਿੱਥੇ ਨਹੀਂ ਕਮਜ਼ੋਰ, ਹਰ ਪੱਖ ਤੋਂ ਅਸੀਂ ਕਮਜ਼ੋਰ ਹੋ ਗਏ। ਅਸੀਂ ਜਿਨ੍ਹਾਂ ਦੇ ਦਰ ਤੇ ਆ ਕੇ ਜਿਨ੍ਹਾਂ ਤੋਂ ਪੁੱਛਣਾ ਸੀ ਉਹਨਾਂ ਨੂੰ ਪੁੱਛਣ ਦੀ ਬਜਾਏ ਅਸੀਂ ਹੋਰ ਪੁੱਛਣ ਵਾਲਿਆਂ ਕੋਲ ਚਲੇ ਗਏ, ਕਿਉਂਕਿ ਸਾਨੂੰ ਗਵੰਡੀਆਂ ਨੇ ਆਖਿਆ ਕਿ ਤੇਰੇ ਘਰ ਵਿੱਚ ਮੁਸ਼ਕਲਾਂ ਬਹੁਤ ਨੇ, ਫਲਾਣਾ ਬਾਬਾ ਬੜਾ ਸਿਆਣਾ ਹੈ, ਤੂੰ ਇੱਕ ਵਾਰੀ ਉਹਦੇ ਕੋਲ ਜਾ ਕੇ ਆ, ਤੇਰੀ ਮੁਸ਼ਕਲਾਂ ਦਾ ਹੱਲ ਹੋ ਜਾਏਗਾ। ਉਹਦੇ ਲਈ ਫਿਰ ਭਾਵੇਂ 500 ਮੀਲ ਤੇ ਵੀ ਜਾਣਾ ਪਵੇ ਨਾ,
ਤੇ ਬੰਦੇ ਨੂੰ ਹਜ਼ਾਰਾਂ ਰੁਪਏ ਖਰਚਣੇ ਪੈਣ, ਜਾਏਗਾ ਸਾਰੇ ਕੰਮ ਛੱਡ ਕੇ, ਤੇ 5 ਕਦਮ ਗੁਰਦੁਆਰਾ ਹੋਵੇ ਤੇ 5 ਕਦਮ ਗੁਰਦੁਆਰੇ ਜਾਣਾ ਔਖਾ ਲੱਗਦਾ ਹੈ। 5 ਕਦਮ ਚੱਲ ਕੇ ਗੁਰੂ ਘਰ ਆਉਣਾ ਔਖਾ ਲੱਗਦਾ ਹੈ। 500 ਮੀਲ ਤੇ ਪੁੱਛਣ ਵਾਸਤੇ ਜਾਂਦਾ ਹੈ ਕਿ ਮੈਨੂੰ ਦੱਸੋ ਵੀ ਮੇਰਾ ਹੱਲ ਕੀ ਹੋਏਗਾ। ਤੇ ਜਿਹੜਾ 500 ਮੀਲ ਤੇ ਗਿਆ ਉਹਨੂੰ 5 ਕਦਮ ਸਮਝ ਨਹੀਂ ਆਈ। ਭਾਈ ਲਹਿਣਾ ਜੀ ਨੂੰ ਸਮਝ ਆ ਗਈ ਵੀ ਮੈਂ ਉਹ ਜਾ ਕੇ ਜੰਮੂ ਦੇ ਇਲਾਕੇ ਵਿੱਚ ਆਪਣੇ ਆਪ ਨੂੰ ਭਵਜਲ ਚੋਂ ਪਾਰਨ ਕਰਨ ਲਈ ਕਰਮ ਕਰਦਾ ਰਿਹਾ ਤੇ ਕਰਤਾਰਪੁਰ ਮੇਰੇ ਨੇੜੇ ਸੀ। ਸਮਝ ਆ ਗਈ ਨਾ। ਗੁਰੂ ਅਮਰਦਾਸ ਜੀ ਨੂੰ ਸਮਝ ਆ ਗਈ। ਕਹਿੰਦੇ ਉਹ ਕਿੱਥੇ ਗੰਗਾ ਤੇ ਕਿੱਥੇ ਆ ਖਡੂਰ ਸਾਹਿਬ। ਕਹਿੰਦੇ ਆ ਬਾਸਰ ਕੇ ਪਿੰਡ ਤੋਂ ਕਿੱਥੇ ਗੰਗਾ ਤੇ ਕਿੱਥੇ ਖਡੂਰ ਸਾਹਿਬ। ਪਹਿਲਾਂ ਸਮਝ ਨਹੀਂ ਆਈ, ਜਦੋਂ ਸਮਝ ਆਈ ਤੇ ਫਿਰ ਰਸਤਾ ਬਦਲ ਗਿਆ। ਫਿਰ ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ ਆ ਗਏ। ਅਸੀਂ ਪੁੱਛਣਾ ਸੀ ਉਹਨਾਂ ਨੂੰ ਵੀ ਸਾਨੂੰ ਦੱਸੋ, ਤੇ ਉਹ ਕਹਿ ਰਹੇ ਨੇ ਤੁਸੀਂ ਬੇਨਤੀ ਕਰੋ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਉਹ ਬੇਨਤੀ ਕਰ ਰਹੇ ਨੇ ਕਿ ਇਹ ਮੇਰੇ ਮਾਲਕ ਜੀਓ, ਮੈਂ ਇਸ ਸੰਸਾਰ ਵਿੱਚੋਂ ਕਿਵੇਂ ਤਰ ਸਕਦਾ, ਮੈਨੂੰ ਤੈਰਨਾ ਕੋਈ ਨਹੀਂ ਆਉਂਦਾ, ਤੁਸੀਂ ਆਪ ਕਿਰਪਾ ਕਰੋ, ਮੈਨੂੰ ਗਿਆਨ ਦਾ ਪੱਲਾ ਪਕੜਾਓ ਤਾਂ ਕਿ ਮੈਂ ਤੁਹਾਡੇ ਮਗਰ ਮਗਰ ਗਿਆਨ ਦਾ ਪੱਲਾ ਪਕੜ ਕੇ ਇਸ ਭਵਜਲ ਚੋਂ ਪਾਰ ਹੋ ਸਕਾਂ। ਕਿਉਂਕਿ ਗੁਰ ਜਹਾਜ ਖੇਵਟ ਗੁਰੂ ਗੁਰਬਿਨ ਤਰਿਆ ਨਾ ਕੋਏ। ਗੁਰੂ ਦੇ ਗਿਆਨ ਤੋਂ ਬਿਨਾਂ ਨਹੀਂ ਤਰਿਆ ਜਾ ਸਕਦਾ। ਅਸੀਂ ਨਿਤ ਨਿਤ ਡੁੱਬ ਰਹੇ ਹਾਂ। ਚਲੋ ਭਗਤ ਜਨਾਂ ਨੂੰ ਹੀ ਆਪਾਂ ਪੁੱਛ ਲਈਏ। ਕਬੀਰ ਜੀ ਕਹਿੰਦੇ ਕਬੀਰ ਬੇੜਾ ਜ਼ਰਜ਼ਰਾ ਫੁਟੈ 6000 ਹਰੂਏ ਹਰੂਏ ਤਿਰ ਗਏ ਡੁੱਬੇ ਜਿਨ ਸਿਰ ਭਾਰ। ਕਹਿੰਦੇ ਡੁੱਬ ਗਏ ਜਿਨ੍ਹਾਂ ਦੇ ਸਿਰ ਉੱਤੇ ਭਾਰ ਸੀ। ਹੁਣ ਭਾਰ ਕਿਹਦੇ ਸਿਰ ਦੇ ਉੱਤੇ ਸੀ? ਆ ਸਰੀਰ ਰੂਪੀ ਸਿਰ ਦੇ ਉੱਪਰ ਨਹੀਂ, ਮਨ ਉੱਤੇ ਭਾਰ ਪਿਆ ਹੋਇਆ ਸੀ। ਤੇ ਮਨ ਉੱਤੇ ਭਾਰ ਕਾਹਦਾ ਸੀ? ਕਾਮ ਕ੍ਰੋਧ ਲੋਭ ਮੋਹ ਅਹੰਕਾਰ ਝੂਠ ਨਿੰਦਾ ਚੁਗਲੀ। ਇਹ ਭਾਰ ਹੀ ਹੈ ਨਾ ਜਿਹੜਾ ਸਾਡੇ ਮਨ ਤੇ ਪਿਆ ਹੋਇਆ। ਤੇ ਜਿਹਨੇ ਨਾਮ ਨੂੰ ਜਪਿਆ, ਜਿਹਨੇ ਗੁਰੂ ਜੋ ਗੁਰ ਕਹੇ ਸੋਈ ਭਲ ਮਾਨੋ, ਜਿਹਨੇ ਮੰਨ ਲਿਆ ਉਹ ਹੌਲਾ ਹੋ ਗਿਆ ਤੇ ਤਰ ਗਿਆ ਭਵਜਲ। ਉਹ ਇਸ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀਆਂ ਲਹਿਰਾਂ ਤੋਂ ਬਚ ਗਿਆ। ਉਹਨੇ ਆਪਣੇ ਅੰਦਰ ਪਾਵਰ ਨਾਮ ਦੀ ਐਸੀ ਇਕੱਠੀ ਕਰ ਲਈ। ਉਹ ਕਹਿੰਦੇ ਜਿੰਨੀ ਮਰਜ਼ੀ ਲੋਭ ਦੀਆਂ ਲਹਿਰਾਂ ਉੱਠਣ ਪਰ ਮੇਰੇ ਉੱਤੇ ਹਮਲਾ ਨਹੀਂ ਕਰ ਸਕਦੀਆਂ, ਕਿਉਂਕਿ ਮੈਂ ਨਾਮ ਦਾ ਕਵਚ ਪਾ ਲਿਆ। ਤਾਤੀ ਬਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚਾਉ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਉਹਨੇ ਕਿਹਨੂੰ ਪੁੱਛਿਆ ਸੀ? ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਇਹ ਸਤਿਗੁਰੂ ਨੂੰ ਪੁੱਛਿਆ ਸੀ। ਸਤਿਗੁਰੂ ਕਹਿੰਦੇ ਤੂੰ ਨਾਮ ਦੀ ਪਾਵਰ ਲੈ। ਤੇਰੇ ਕੋਲ ਉਹ ਜਿਹੜੀ ਲੋਭ ਦੀਆਂ ਲਹਿਰਾਂ ਉੱਠਦੀਆਂ ਨੇ ਉਹਦੇ 'ਚ ਜਿਹੜਾ ਪ੍ਰੈਸ਼ਰ ਹੈ ਨਾ, ਉਹਦੇ ਨਾਲੋਂ ਵੱਧ ਕੇ ਤੇਰੇ ਅੰਦਰ ਨਾਮ ਦਾ ਪ੍ਰੈਸ਼ਰ ਹੋਣਾ ਚਾਹੀਦਾ ਹੈ, ਜਿਹੜੀਆਂ ਲੋਭ ਦੀਆਂ ਲਹਿਰਾਂ ਨੂੰ ਪਿਛਾਂ ਨੂੰ ਮੋੜ ਦੇਵੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਲਹਿਰਾਂ ਛੱਲਾਂ ਜਿਹੜੀਆਂ ਉੱਠਦੀਆਂ ਉਹਨਾਂ ਨੂੰ ਦਬਾਉਣ ਦੀ ਤਾਕਤ ਹੋਣੀ ਚਾਹੀਦੀ ਹੈ। ਉਹ ਕਿਹਦੇ ਵਿੱਚ ਸੀ? ਨਾਮ ਦੇ ਵਿੱਚ। ਅਸੀਂ ਪੁੱਛਣਾ ਸੀ ਭਾਈ ਤਾਰੂ ਸਿੰਘ ਜੀ ਨੂੰ ਕਿ ਭਾਈ ਤਾਰੂ ਸਿੰਘ ਜੀ ਕਿੰਨੀਆਂ ਲਹਿਰਾਂ ਉੱਠ ਰਹੀਆਂ ਨੇ, ਤੁਹਾਡਾ ਖੋਪਰ ਤੱਕ ਲਾ ਗਈਆਂ। ਇੰਨੀ ਜ਼ਬਰਦਸਤ ਲਹਿਰ ਉੱਠੀ, ਇੰਨੀਆਂ ਲਹਿਰਾਂ ਉੱਠੀਆਂ, ਇੰਨਾ ਪ੍ਰੈਸ਼ਰ ਸੀ ਉਹਦੇ ਵਿੱਚ ਕਿ ਤੁਹਾਡਾ ਖੋਪਰ ਵੀ ਜਿਹੜਾ ਉੱਤੋਂ ਲੈ ਗਿਆ, ਪਰ ਤੁਹਾਨੂੰ ਫਿਰ ਵੀ ਕੁਝ ਨਾ ਹੋਇਆ। ਕਹਿਣ ਲੱਗੇ ਕਿਉਂਕਿ ਮੇਰੇ ਅੰਦਰ ਗੁਰਬਾਣੀ ਦੀ ਗੁੜਤੀ ਸੀ, ਜਿਹੜੀ ਗੁਰੂ ਨੇ ਗੁੜਤੀ ਦਿੱਤੀ ਸੀ ਨਾ ਨਾਮ ਦੀ, ਉਹ ਅੰਦਰ ਐਸੀ ਸੀ ਕਿ ਮੈਂ ਲਹਿਰਾਂ ਝੱਲ ਲਈਆਂ। ਨਹੀਂ ਤੇ ਇਹਨਾਂ ਲਹਿਰਾਂ ਦੀ ਜਿਹੜੀਆਂ ਇਹ ਮਾਰ ਝੱਲਣੀ ਬੜੀ ਔਖੀ ਹੈ। ਡੁੱਬ ਗਏ ਬੜੇ ਬੜੇ ਰਿਸ਼ੀ ਮੁਨੀ ਵੀ ਡੁੱਬ ਗਏ, ਬੜੇ ਬੜੇ ਜਪ ਤਪ ਕਰਨ ਵਾਲੇ ਜਪੀ ਤਪੀ ਵੀ ਡੁੱਬ ਗਏ, ਬੜੇ ਬੜੇ ਜੋਗੀ ਵੀ ਜਿਹੜੇ ਸੀ ਉਹ ਵੀ ਡੁੱਬ ਗਏ। ਉਹ ਵੀ ਇਸ ਮਾਰ ਨੂੰ ਝੱਲ ਨਾ ਸਕੇ। ਪਰ ਭਾਈ ਤਾਰੂ ਸਿੰਘ ਜੀ ਹੱਸ ਕੇ ਝੱਲਦੇ ਨੇ। ਅਸੀਂ ਭਾਈ ਤਾਰੂ ਸਿੰਘ ਨੂੰ ਪੁੱਛਣਾ ਸੀ, ਤੇ ਜੇ ਭਾਈ ਤਾਰੂ ਸਿੰਘ ਨੂੰ ਪੁੱਛਿਆ ਹੁੰਦਾ ਤਾਂ ਸਾਡੀ ਨੌਜਵਾਨ ਪੀੜ੍ਹੀ ਕਦੇ ਗੁੰਮਰਾਹ ਨਾ ਹੁੰਦੀ। ਅਸੀਂ ਜੇ ਭਾਈ ਤਾਰੂ ਸਿੰਘ ਨੂੰ ਪੁੱਛਦੇ ਤੇ ਸਾਡੀਆਂ ਨੌਜਵਾਨ ਪੀੜ੍ਹੀ ਨੇ ਕਦੇ ਖੋਪਰ ਤੋਂ ਅਸੀਸ ਤੋਂ ਕਦੇ ਕੇਸ ਨਹੀਂ ਸੀ ਲਵਾਉਣੇ, ਕਦੇ ਉਹਨਾਂ ਦੇ ਸੀਸ ਦੇ ਉੱਤੇ ਆ ਕੇਸ ਜਿਹੜੇ ਨੇ ਇਹ ਨਜ਼ਰ ਘੱਟ ਨਜ਼ਰ ਨਹੀਂ ਸੀ ਆਉਣੇ, ਭਾਵ ਪੂਰਾ ਸਾਬਤ ਸੂਰਤ ਨਜ਼ਰ, ਸੀਸ ਉੱਤੇ ਜੂੜੇ ਉੱਤੇ ਦਸਤਾਰ ਸਜੀ ਨਜ਼ਰ ਆਉਣੀ ਸੀ।
ਅਸੀਂ ਪੁੱਛਣਾ ਸੀ ਭਾਈ ਮਨੀ ਸਿੰਘ ਜੀ ਨੂੰ, ਮਨੀ ਸਿੰਘ ਜੀ ਇੰਨੀ ਲਹਿਰ ਉੱਠੀ, ਲਹਿਰਾਂ ਉੱਠੀਆਂ ਨੇ ਕ੍ਰੋਧ ਦੀਆਂ, ਇੰਨੀਆਂ ਵਿਕਾਰਾਂ ਦੀਆਂ ਲਹਿਰਾਂ ਉੱਠੀਆਂ, ਤੁਹਾਡਾ ਬੰਦ ਕੱਟ ਕੇ ਚਲੀਆਂ ਗਈਆਂ, ਤੁਹਾਡਾ ਬੰਦ ਕੱਟ ਦਿੱਤਾ, ਪਰ ਤੁਸੀਂ ਫਿਰ ਵੀ ਡੋਲੇ ਨਹੀਂ, ਹਰ ਮਾਰ ਨੂੰ ਤੁਸੀਂ ਝੱਲ ਲਿਆ। ਕਿਵੇਂ ਝੱਲਿਆ? ਕਹਿੰਦੇ ਅੰਦਰ ਉਹ ਨਾਮ ਬਾਣੀ ਦਾ ਅਭਿਆਸ ਚੱਲਦਾ ਸੀ, ਜਿਹਨੇ ਮੈਨੂੰ ਇਹਨਾਂ ਲਹਿਰਾਂ ਤੋਂ ਬਚਾ ਲਿਆ। ਬੰਦ ਤਾਂ ਇਹ ਕੱਟ ਸਕੇ ਨੇ, ਪਰ ਅੰਦਰ ਨੂੰ ਡੁਲਾ ਨਹੀਂ ਸਕੇ, ਅੰਦਰ ਡੋਲਿਆ ਨਹੀਂ। ਅੰਦਰ ਨਾਮ ਦੀ ਬਖਸ਼ਿਸ਼ ਜਿਨ੍ਹਾਂ ਦੇ ਵਿੱਚ ਸੀ, ਉਹਨਾਂ ਆਖਿਆ ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ। ਇਹ ਦਾਤਾ ਜੀ, ਜਿਸ ਦਿਨ ਤੁਸੀਂ ਪਾਸਾ ਵੱਟ ਲਿਆ ਇਹਨਾਂ ਲਹਿਰਾਂ ਦੇ ਵਿੱਚ, ਮੈਂ ਤਬਾਹ ਹੋ ਜਾਵਾਂਗਾ, ਮੈਂ ਰੁੜ ਜਾਵਾਂਗਾ। ਇਹ ਮੈਨੂੰ ਰੋੜ ਕੇ ਲੈ ਜਾਣਗੀਆਂ, ਪਤਾ ਨਹੀਂ ਕਿੱਥੇ ਲੈ ਜਾਣਗੀਆਂ, ਤਬਾਹੀ ਮਚਾਉਣਗੀਆਂ। ਮਨੁੱਖੀ ਜਾਮੇ ਵਿੱਚ ਕਿੰਨੀ ਤਬਾਹੀ, ਇਨਸਾਨੀਅਤ ਖਤਮ ਹੋ ਜਾਏਗੀ, ਹੈਵਾਨੀਅਤ ਜਾਗ ਪਏਗੀ। ਮੇਰੀ ਤਬਾਹੀ ਇੰਨੀ ਜ਼ਿੰਦਗੀ 'ਚ ਆਏਗੀ ਜੇ ਇੱਕ ਵਾਰ ਤੁਸੀਂ ਮੇਰੇ ਤੋਂ ਪਾਸਾ ਵੱਟ ਲਿਆ ਤਾਂ। ਮੈਂ ਸਿਰ ਤੇ ਆਰਾ ਚਲਾਉਣਾ ਤਾਂ ਮਨਜ਼ੂਰ ਕਰ ਸਕਦਾ, ਪਰ ਤੇਰਾ ਪਾਸਾ ਵੱਟਿਆ ਮਨਜ਼ੂਰ ਨਹੀਂ ਕਰ ਸਕਦਾ। ਅੱਜ ਅਸੀਂ ਮਾੜਾ ਜਿਹਾ ਕਿਤੇ ਸੇਕ ਲੱਗੇ, ਅਸੀਂ ਤੇ ਗੁਰੂ ਸਾਹਿਬ ਤੋਂ ਮੂੰਹ ਮੋੜ ਕੇ ਭੱਜ ਜਾਂਦੇ ਹਾਂ, ਅਸੀਂ ਗੁਰੂ ਤੋਂ ਬੇਮੁਖ ਹੋ ਜਾਂਦੇ ਹਾਂ, ਅਸੀਂ ਸਿੱਖੀ ਛੱਡ ਕੇ ਉਹ ਚਲੇ ਜਾਂਦੇ ਹਾਂ। ਆ ਫੈਸ਼ਨ ਦਾ ਹੱਲਾ ਬੋਲਦਾ ਨਾ, ਜਦੋਂ ਫੈਸ਼ਨ ਹਮਲਾ ਕਰਦਾ ਹੈ ਤੇ ਅਸੀਂ ਉਸ ਫੈਸ਼ਨ ਦੇ ਰੰਗ ਵਿੱਚ ਰੰਗੇ ਜਾਂਦੇ ਹਾਂ, ਪਤਾ ਹੀ ਨਹੀਂ ਲੱਗਦਾ ਫਿਰ ਜੂੜਾ ਕਿੱਥੇ ਗਿਆ, ਕੇਸ ਕਿੱਥੇ ਗਏ, ਦਾੜਾ ਕਿੱਥੇ ਗਿਆ, ਸਿੱਖੀ ਕਿੱਥੇ ਗਈ, ਹੱਥ 'ਚ ਪਾਇਆ ਕੜਾ ਕਿੱਧਰ ਗਿਆ, ਪਤਾ ਹੀ ਕੋਈ ਨਹੀਂ ਲੱਗਦਾ। ਇੰਨੀ ਤਬਾਹੀ ਮਚ ਜਾਂਦੀ ਹੈ, ਫਿਰ ਉਸ ਬੰਦੇ ਨੂੰ ਪਛਾਣਨਾ ਵੀ ਔਖਾ ਹੋ ਜਾਂਦਾ ਹੈ। ਕਿਉਂਕਿ ਉਹਨੇ ਗੁਰੂ ਤੋਂ ਬੇਮੁਖ ਹੋ ਲਿਆ, ਗੁਰੂ ਨੇ ਉਹਦੇ ਤੋਂ ਪਾਸਾ ਵੱਟ ਲਿਆ ਤੇ ਗਿਆ, ਤਬਾਹੀ ਹੋ ਗਈ। ਪਰ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਕਿੰਨੀਆਂ ਲਹਿਰਾਂ ਉੱਠੀਆਂ, ਅੱਗ ਦੇ ਭਾਂਬੜ ਵੀ ਬੱਲੇ ਨੇ, ਪਰ ਤੁਸੀਂ ਡੋਲੇ ਨਹੀਂ। ਅੱਗ ਦੀਆਂ ਲਹਿਰਾਂ ਵੀ ਜੜੀਆਂ ਨੇ, ਇਹ ਕਿਉਂਕਿ ਸੰਸਾਰ ਸਮੁੰਦਰ ਹੈ, ਇਹ ਪਾਣੀ ਦਾ ਸਮੁੰਦਰ ਨਹੀਂ ਹੈ। ਇਹ ਸੰਸਾਰ ਸਮੁੰਦਰ ਵਿੱਚ ਅੱਗ ਦੀਆਂ ਲਹਿਰਾਂ ਵੀ ਜੜੀਆਂ, ਲਾਟਾਂ ਵੀ ਬੱਲੀਆਂ ਨੇ, ਪਰ ਤੁਸੀਂ ਡੋਲੇ ਨਹੀਂ ਹੋ। ਇੱਥੇ ਆਰੇ ਵੀ ਜਿਹੜੇ ਨੇ ਦੰਦਿਆਂ, ਆਰੇ ਦੇ ਦੰਦੇ ਨੇ ਲੱਕੜ ਵਾਂਗ ਚੀਰ ਕੇ ਵੀ ਰੱਖ ਦਿੱਤਾ, ਪਰ ਤੁਸੀਂ ਡੋਲੇ ਨਹੀਂ। ਕਿਉਂਕਿ ਤੁਹਾਡੇ ਅੰਦਰ ਨਾਮ ਦਾ ਪ੍ਰੈਸ਼ਰ ਜ਼ਿਆਦਾ ਸੀ। ਇਸੇ ਲਈ ਬਾਰ-ਬਾਰ ਕਹੀਦਾ ਗੁਰਬਾਣੀ ਦੇ ਰਾਹੀਂ, ਗੁਰੂ ਸਾਹਿਬ ਕਹਿੰਦੇ ਨੇ ਨਿਤ ਉੱਠ ਗਾਵੋ ਪ੍ਰਭ ਕੀ ਬਾਣੀ। ਭਾਈ ਨਿਤ ਉੱਠ ਕੇ ਬਾਣੀ ਨੂੰ ਗਾਇਆ ਕਰੋ, ਬਾਣੀ ਦਾ ਅਭਿਆਸ ਕਰਿਆ ਕਰੋ, ਆਪਣੇ ਨਿਤਨੇਮ ਵਿੱਚ ਪੱਕੇ ਹੋਵੋ। ਪਹਿਲੇ ਘਰ ਕੱਚੇ ਹੁੰਦੇ ਸੀ, ਅਸੀਂ ਨਿਤਨੇਮੀ ਪੱਕੇ ਹੁੰਦੇ ਸੀ, ਨਾਮ ਦੇ ਅਭਿਆਸੀ ਹੁੰਦੇ ਸਾਂ। ਹੁਣ ਜਿੰਨੇ ਘਰ ਪੱਕੇ ਹੋਈ ਜਾਂਦੇ ਆ, ਨਿਤਨੇਮ ਸਾਡੇ ਅਧੂਰੇ ਰਹਿ ਜਾਂਦੇ ਆ। ਹੁਣ ਪਤਾ ਹੀ ਕੋਈ ਨਹੀਂ ਲੱਗਦਾ ਕਿ 9 ਕਦੋਂ ਵੱਜ ਗਏ ਤੇ 10 ਕਦੋਂ ਵੱਜ ਗਏ। ਹੁਣ ਪਤਾ ਹੀ ਕੋਈ ਨਹੀਂ ਲੱਗਦਾ ਮੰਜੇ ਤੇ ਸੁੱਤਿਆਂ ਪਿਆ ਸੂਰਜ ਕਦੋਂ ਦਾ ਚੜਿਆ ਹੋਇਆ ਹੈ। ਤਰਨ ਵਾਸਤੇ ਹੀ ਕਬੀਰ ਜੀ ਨੇ ਹਲੂਣਾ ਦਿੱਤਾ ਸੀ। ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੇ ਮੁਰਾਰ। ਕਿਵੇਂ ਭਵਜਲ ਪਾਰ ਕਰੇਗਾ, ਕਿਵੇਂ ਸੰਸਾਰ ਸਮੁੰਦਰ ਪਾਰ ਹੋਏਗਾ। ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੇ ਮੁਰਾਰ। ਇੱਕ ਦਿਨ ਸੋਵਨ ਹੋਏ ਗੋ ਲਾਂਬੈ ਗੋਂਡ ਪਸਾਰ। ਉਸ ਦਿਨ ਤੇਰੇ ਕੋਲੋਂ ਭਵਜਲ ਪਾਰ ਨਹੀਂ ਹੋਣਾ। ਬਹੁਤ ਹਲੂਣੇ ਦਿੱਤੇ ਗਏ ਸਾਨੂੰ, ਪਰ ਅਸੀਂ ਇਹਨਾਂ ਜਿੱਥੇ ਹਲੂਣੇ ਮਿਲਣੇ ਸੀ ਉੱਥੇ ਥੋੜੀ ਆਉਂਦੇ ਆ। ਅਸੀਂ ਜਿੱਥੇ ਸ਼ਰਬਤ ਮਿਲਦਾ ਪੀਣ ਨੂੰ ਉੱਥੇ ਜਾਂਦੇ ਆ, ਜਿੱਥੇ ਸਾਨੂੰ ਵਧੀਆ ਤੋਂ ਵਧੀਆ ਪਕਵਾਨ। ਕਿਉਂਕਿ ਕਈਆਂ ਨੇ ਅਡੰਬਰ ਹੀ ਐਸੇ ਰਚੇ ਨੇ, ਮੈਨੂੰ ਮਾਫ ਕਰਿਆ ਜੇ, ਕਈਆਂ ਨੂੰ ਕੋੜਾ ਵੀ ਲੱਗੇਗਾ, ਅਡੰਬਰ ਹੀ ਐਸੇ ਰਚੇ ਨੇ, ਅਸੀਂ ਉਹ ਖਾਣ ਵਾਲੇ ਪਦਾਰਥਾਂ ਦੇ ਬਦ ਖਿੱਚੇ ਹੀ ਚਲੇ ਜਾਂਦੇ ਆ। ਅਸੀਂ ਸਾਨੂੰ ਹੋਰ ਕੋਈ ਉੱਥੇ ਮਤਲਬ ਨਹੀਂ ਹੁੰਦਾ। ਜਿਹੜੇ ਜਾਂਦੇ ਨੇ ਤੁਹਾਨੂੰ ਮੁਬਾਰਕ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਾਲ, ਗੁਰੂ ਘਰ ਨਾਲ ਤੁਸੀਂ ਜੁੜੇ ਹੋਏ ਹੋ, ਮੁਬਾਰਕ। ਪਰ ਉਹਨਾਂ ਦੀ ਗੱਲ ਹੈ ਜਿਹੜੇ ਜਾਂਦੇ ਹੀ ਪਦਾਰਥਾਂ ਦਾ ਸਵਾਦ ਲੈਣ ਜਾਂ ਬਾਹਰ ਦੇ ਅਡੰਬਰ ਰਚੇ ਹੋਏ ਉਹਨਾਂ ਨੂੰ ਵੇਖਣ ਜਾਂਦੇ ਨੇ। ਫਿਰ ਕਿਵੇਂ ਸੰਸਾਰ ਸਮੁੰਦਰ। ਉਹਨਾਂ ਨੇ ਤੇ ਸਾਨੂੰ ਹੋਰ ਜੰਜਾਲ ਵਿੱਚ ਪਾ ਕੇ, ਸਵਾਦਾਂ ਵਿੱਚ ਪਾ ਕੇ ਡੋਬ ਦਿੱਤਾ। ਉਹਨਾਂ ਨੇ ਤਾਰਨਾ ਤੇ ਕੀ ਸੀ, ਉਹ ਤੇ ਆਪ ਵੀ ਡੁੱਬੇ, ਸਾਨੂੰ ਵੀ ਡੋਬ ਦਿੱਤਾ। ਆਪ ਡੁੱਬੇ ਚੌਬੇਦ ਮੈਂ ਚੇਲੇ ਦੀਏ ਬਹਾਏ। ਪੁੱਛਣਾ ਸੀ ਆਪਣੇ ਬੱਚਿਆਂ ਨੂੰ
ਘਰ ਬਿਠਾ ਕੇ ਅਸੀਂ ਭਾਈ ਤਾਰੂ ਸਿੰਘ ਜੀ ਦੇ ਨੇੜੇ ਲਿਆਉਣਾ ਸੀ। ਬੱਚਿਆਂ ਨੂੰ ਕੋਲ ਘਰ ਬਿਠਾ ਕੇ ਭਾਈ ਮਨੀ ਸਿੰਘ ਜੀ ਦੇ ਨੇੜੇ ਲਿਆਉਣਾ ਸੀ। ਭਾਈ ਮਨੀ ਸਿੰਘ ਤੋਂ ਪੁੱਛੋ ਕਿ ਕਿਵੇਂ ਇਹ ਸੰਸਾਰ ਸਮੁੰਦਰ ਪਾਰ ਕਰਨਾ ਹੈ। ਪਰ ਅਸੀਂ ਵੀ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ ਸਿੰਘ, ਜਿੰਨੇ ਵੀ ਗੁਰੂ ਕੇ ਸਿੰਘ ਸ਼ਹਾਦਤ ਦੇ ਜਾਮ ਪੀ ਕੇ ਡੋਲੇ ਨਹੀਂ, ਭਵਜਲ ਪਾਰ ਕਰ ਗਏ, ਸਾਨੂੰ ਆਪ ਵੀ ਭੁੱਲ ਗਿਆ ਤੇ ਬੱਚਿਆਂ ਨੂੰ ਅੱਗੋਂ ਕਿੱਥੇ ਚੇਤੇ ਰਹਿਣਾ ਸੀ। ਕਿਉਂਕਿ ਸਾਡੇ ਘਰਾਂ ਦੇ ਮਾਹੌਲ ਐਸੇ ਬਣ ਚੁੱਕੇ ਨੇ ਵੀ ਹੁਣ ਜੁੜਨਾ ਤੇ ਜੋੜਨਾ ਔਖਾ ਲੱਗਦਾ ਪਿਆ ਹੈ। ਪਰ ਮੁਬਾਰਕ ਹੈ ਅੱਜ ਵੀ ਉਹਨਾਂ ਨੂੰ ਜਿਨ੍ਹਾਂ ਦੇ ਘਰ ਵਿੱਚ ਜੁੜਨਾ ਤੇ ਜੋੜਨਾ ਅੱਜ ਵੀ ਹੈ, ਵੀ ਆਪ ਵੀ ਜੁੜਨਾ ਤੇ ਬੱਚਿਆਂ ਨੂੰ ਵੀ ਅੱਗੋਂ। ਫਿਰ ਸਾਨੂੰ ਇੱਥੇ ਆ ਕੇ ਜਿਹੜੇ ਨੌਜਵਾਨ ਧੀਆਂ ਪੁੱਤਰ ਨੇ ਨਾ, ਇਹਨਾਂ ਨੌਜਵਾਨ ਧੀਆਂ ਪੁੱਤਰਾਂ ਦੀ ਅਰਦਾਸ ਕਰਨ ਦੀ ਲੋੜ ਹੀ ਨਹੀਂ ਪਏਗੀ ਜਦੋਂ ਅਸੀਂ ਬਚਪਨ ਹੀ ਇਹਨਾਂ ਦਾ ਭਾਈ ਮਨੀ ਸਿੰਘ ਨਾਲ, ਭਾਈ ਤਾਰੂ ਸਿੰਘ, ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਜੀ ਦੇ ਨਾਲ, 4 ਸਾਹਿਬਜ਼ਾਦਿਆਂ ਨਾਲ, 5 ਪਿਆਰਿਆਂ ਦੇ ਇਤਿਹਾਸ ਦੇ ਨਾਲ ਜੋੜ ਦਿਆਂਗੇ ਤੇ ਸਾਨੂੰ ਕਦੇ ਅਰਦਾਸ ਹੀ ਨਹੀਂ ਕਰਨੀ ਪਏਗੀ ਕਿ ਸਾਡੇ ਨੌਜਵਾਨ ਧੀਆਂ ਪੁੱਤਰਾਂ ਨੂੰ ਗੁਰੂ ਘਰ ਲੈ ਆਓ, ਉਹਨਾਂ ਨੂੰ ਗੁਰੂ ਘਰ ਨਾਲ ਜੋੜੋ। ਲੋੜ ਹੀ ਨਹੀਂ ਪਏਗੀ ਕਿਉਂਕਿ ਬਚਪਨ 'ਚ ਗੁੜਤੀਆਂ ਹੀ ਐਸੀਆਂ ਦੇਤੀਆਂ। ਉਹਨਾਂ ਦੇ ਜੋਬਨ ਵਿੱਚ ਹੁਣ ਸਾਨੂੰ ਡਰ ਹੀ ਕੋਈ ਨਹੀਂ, ਕੋਈ ਡਰ ਨਹੀਂ ਹੈ ਕਿਉਂਕਿ ਹੁਣ ਪਤਾ ਹੈ ਮਾਪਿਆਂ ਨੂੰ ਕਿ ਇਹ ਬਾਣੀ ਤੇ ਬਾਣੀ ਨਾਲ ਜੁੜਿਆ ਹੋਇਆ ਇਹ ਕਦੇ ਮਾੜੀ ਸੰਗਤ ਵਿੱਚ ਨਹੀਂ, ਕਦੇ ਨਸ਼ਿਆਂ ਦਾ ਹੜ੍ਹ ਆਇਆ, ਕਿੰਨੇ ਸਾਡੇ ਧੀਆਂ ਪੁੱਤਰ ਰੁੜ ਗਏ, ਕਿੰਨੇ ਤਬਾਹ ਹੋ ਗਏ ਘਰ, ਕਿੰਨੇ ਘਰ ਉਜੜ ਗਏ ਔਰ ਅੱਜ ਵੀ ਉਜੜ ਰਹੇ ਨੇ। ਸਾਡੇ ਨੌਜਵਾਨ ਧੀਆਂ ਪੁੱਤਰਾਂ ਨੂੰ ਨਸ਼ੇ ਨਿਤ ਥੋੜਾ ਥੋੜਾ ਕਰਕੇ ਖਾ ਰਹੇ ਨੇ ਔਰ ਉਹ ਅੱਗੋਂ ਮਾਪਿਆਂ ਨੂੰ ਖਾ ਰਹੇ ਨੇ, ਉਹ ਅੱਗੋਂ ਘਰ ਤੇ ਜ਼ਮੀਨਾਂ ਖਾ ਰਹੇ ਨੇ, ਸਭ ਕੁਝ ਰੁੜ ਰਿਹਾ ਹੈ। ਪਤਾ ਨਹੀਂ ਕਿੰਨੇ ਤਰ੍ਹਾਂ ਦੀਆਂ ਲਹਿਰਾਂ ਇਸ ਸੰਸਾਰ ਸਮੁੰਦਰ ਵਿੱਚ ਉੱਠ ਰਹੀਆਂ ਨੇ, ਇੱਕ ਪ੍ਰਕਾਰ ਦੀ ਨਹੀਂ ਹੈ, ਪਤਾ ਨਹੀਂ ਕਿੰਨੇ ਪ੍ਰਕਾਰ ਦੀ ਹੈ। ਪਰ ਇੱਕ ਗੱਲ ਧਿਆਨ ਰੱਖਿਓ, ਜਿਹੜੇ ਦੂਜਿਆਂ ਦੇ ਨਸ਼ੇ ਲਾ ਕੇ ਘਰ ਤਬਾਹ ਕਰ ਰਹੇ ਨੇ, ਇੱਕ ਦਿਨ ਘਰ ਉਹਨਾਂ ਦਾ ਵੀ ਤਬਾਹ ਹੋਣਾ ਹੈ, ਇੱਕ ਦਿਨ ਘਰ ਉਹਨਾਂ ਦਾ ਵੀ ਰੁੜਨਾ ਹੈ। ਜਿਸ ਦਿਨ ਆਪਣਾ ਘਰ ਰੁੜੇਗਾ ਗੱਲ ਉਸ ਦਿਨ ਪਤਾ ਲੱਗਣੀ ਹੈ। ਦੂਜਿਆਂ ਦੇ ਘਰ ਅੱਗ ਲਾਉਣੀ ਬੜੀ ਸੌਖੀ ਹੈ ਪਰ ਆਪਣੇ ਘਰ ਜਿਸ ਦਿਨ ਅੱਗ ਲੱਗੀ ਪਤਾ ਉਸ ਦਿਨ ਲੱਗਣਾ ਹੈ। ਇਸ ਲਈ ਅਸੀਂ ਐਵੇਂ ਪਖੰਡੀਆਂ ਦੇ ਕੋਲ, ਅਧੂਰਿਆਂ ਕੋਲ ਪੁੱਛਣ ਲਈ ਸਿਆਣੇ ਸਮਝ ਕੇ ਭਟਕੀਏ ਨਾ, ਅਸੀਂ ਉਹਨਾਂ ਕੋਲ ਆਈਏ ਜਿਨ੍ਹਾਂ ਨੇ ਭਵਜਲ ਪਾਰ ਕਰਕੇ ਦਿਖਾਇਆ ਹੈ। ਉਹਨਾਂ ਕੋਲ ਆ ਕੇ ਪੁੱਛੀਏ ਵੀ ਸਾਨੂੰ ਕੋਈ ਹੁਨਰ ਦਿਓ, ਸਾਨੂੰ ਕੋਈ ਕਲਾ ਦਿਓ, ਸਾਨੂੰ ਕੁਝ ਗਿਆਨ ਦਿਓ ਜਿਹਦੇ ਨਾਲ ਅਸੀਂ ਭਵਜਲ ਪਾਰ ਹੋ ਸਕੀਏ। ਵਿਚਾਰਾਂ ਜਿੰਨੀ ਮਰਜ਼ੀ ਤੁਸੀਂ ਅੱਜ ਦੇ ਇਸ ਇੱਕ ਸ਼ਲੋਕ ਵਿੱਚ ਜਿੰਨੀ ਮਰਜ਼ੀ ਵਿਚਾਰ ਕਰ ਲਓ, ਭਾਵੇਂ 4 ਦਿਨ ਤੁਸੀਂ ਲੱਗੇ ਰਹੋ ਇੱਕ ਸ਼ਲੋਕ ਦੀ ਵਿਚਾਰ ਵਿੱਚ, ਕਿਉਂਕਿ ਸੰਸਾਰ ਸਮੁੰਦਰ ਦੇਖ ਰਹੇ ਹਾਂ ਆਪਾਂ, ਕੀ ਹਾਲਾਤ ਨੇ ਦੁਨੀਆ ਦੇ ਬਣੇ ਹੋਏ, ਕਿੰਨੇ ਰੋਜ਼ ਡੁੱਬ ਰਹੇ ਨੇ, ਦੁਖੀ ਹੋ ਰਹੇ ਨੇ, ਰੋ ਰਹੇ ਨੇ, ਕੁਰਲਾ ਰਹੇ ਨੇ, ਧਾਹਾਂ ਮਾਰ ਰਹੇ ਨੇ। ਇਸ ਸੰਸਾਰ ਵਿੱਚ ਜਲਦੀ ਬਲਦੀ ਦੁਨੀਆ ਵੇਖ ਹੀ ਰਹੇ ਆ, ਫਿਰ ਸਾਨੂੰ ਫਿਰ ਵੀ ਸਮਝ ਨਾ ਆਵੇ। ਕਿੰਨੇ ਹਮਲੇ ਜਿਹੜੇ ਨੇ ਇਸ ਸੰਸਾਰ ਵਿੱਚ ਹੋਏ ਨੇ, ਹੋ ਵੀ ਰਹੇ ਨੇ, ਜਿਹਦੇ ਵਿੱਚ ਅਸੀਂ ਤਬਾਹ ਹੋ ਰਹੇ ਹਾਂ, ਪਰ ਅਸੀਂ ਫਿਰ ਵੀ ਉਹਨਾਂ ਦੇ ਦਰ ਤੇ ਜਾਂਦੇ ਹਾਂ ਜਿਹੜੇ ਸਾਨੂੰ ਕਰਮ ਕਾਂਡ ਵਿੱਚ ਪਾਉਂਦੇ ਨੇ, ਜਿਹੜੇ ਸਾਨੂੰ ਵਹਿਮ ਭਰਮ ਦੇ ਸ਼ਿਕਾਰ। ਇਸ ਲਈ ਇੱਕ ਗੁਰੂ ਸਾਹਿਬ ਦੇ ਦਰ ਤੇ ਆਓ, ਇੱਥੇ 15 ਭਗਤ ਬੈਠੇ ਨੇ ਤੇ ਉਹ 15 ਭਗਤ ਤੁਹਾਨੂੰ ਸਿੱਖਿਆ ਦੇਣਗੇ, ਦੱਸਣਗੇ ਕਿ ਅਸੀਂ ਇਸੇ ਸੰਸਾਰ ਵਿੱਚ ਸੰਸਾਰ ਸਮੁੰਦਰ ਨੂੰ ਕਿਵੇਂ ਪਾਰ ਕਰਨਾ ਹੈ। ਇਹ ਗੁਰੂ ਸਾਹਿਬ ਤੁਹਾਨੂੰ ਦੱਸਣਗੇ, ਗੁਰ ਕਿਰਪਾ ਜੈ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਅੱਜ ਦੇ ਸ਼ਲੋਕ ਵੱਲ ਧਿਆਨ ਦਈਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਸਾਨੂੰ ਸਮਝਾਉਣ ਲਈ ਕੀ ਆਖਿਆ, ਕਹਿੰਦੇ ਜੇ ਤੂੰ ਤਾਰੂ ਪਾਣ, ਜੇ ਤੂੰ ਮਤਲਬ ਸਾਨੂੰ ਸਾਰਿਆਂ ਨੂੰ ਹੀ ਕਹਿ ਰਹੇ ਨੇ, ਦੇ ਜੇ ਤੁਸੀਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਚਾਹੁੰਦੇ, ਉਦਾਹਰਨ ਪਾਣੀ ਦੀ ਦਿੱਤੀ ਹੈ। ਕਹਿੰਦੇ ਜੇ ਤੂੰ ਤਾਰੂ ਪਾਣ, ਨਾਣੇ ਨੂੰ ਸਿਹਾਰੀ ਲੱਗੀ ਹੋਈ ਹੈ, ਇਹਦਾ ਜਦੋਂ ਅਸੀਂ ਉਚਾਰਨ ਅਰਥ ਕਰਾਂਗੇ ਤੇ ਪਾਣੀ ਕਰਾਂਗੇ, ਕਾਵ ਰੂਪ ਹੈ ਨਾ, ਕਾਵ ਰੂਪ ਦੇ ਵਿੱਚ ਇਹ ਨਾਣੇ ਨੂੰ ਸਿਹਾਰੀ ਲੱਗ ਗਈ ਤੇ ਜਦੋਂ ਅਸੀਂ ਅਰਥ ਕਰਾਂਗੇ ਤੇ ਪਾਣੀ ਕਰਾਂਗੇ। ਕਹਿੰਦੇ ਜੇ ਤੂੰ ਪਾਣੀ ਵਿੱਚੋਂ ਦੀ ਤਰਨਾ ਚਾਹੁੰਦਾ ਹੈ, ਜੇ ਤੈਰਨਾ ਸਿੱਖਣਾ ਚਾਹੁੰਦਾ ਹੈ, ਇੱਕ ਸਾਨੂੰ
ਇਹਦੇ ਰਾਹੀਂ ਮੈਸੇਜ ਦੇਣਾ ਚਾਹੁੰਦੇ ਕਿ ਜੇ ਤੁਸੀਂ ਪਾਣੀ ਦਾ ਸਮੁੰਦਰ ਜਾਂ ਪਾਣੀ ਨੂੰ ਵਿੱਚੋਂ ਦੀ ਤੈਰਨਾ ਸਿੱਖਣਾ ਚਾਹੁੰਦੇ ਹੋ ਵੀ ਪਾਣੀ 'ਚੋਂ ਤੈਰ ਕੇ ਕਿਵੇਂ ਪਾਰ ਲੰਘੀਦਾ, ਜੇ ਤੂੰ ਤਾਰੂ ਪਾਣ ਤਾਹੂ ਪੁੱਛ। ਤਾਹੂ ਦਾ ਅਰਥ ਹੈ ਉਹਨਾਂ ਨੂੰ ਪੁੱਛ। ਤੜਨ ਕਲ, ਜਿਨ ਤੜਨ ਦਾ ਅਰਥ ਹੁੰਦਾ ਤੈਰਨਾ, ਕਲ ਦਾ ਅਰਥ ਹੁੰਦਾ ਕਲਾ ਹੁਨਰ। ਜਿਨ੍ਹਾਂ ਦੇ ਕੋਲ ਤੈਰਨ ਦੀ ਕਲਾ ਹੈ, ਜਿਹਦੇ ਕੋਲ ਤੈਰਨ ਦਾ ਹੁਨਰ ਹੈ, ਜਿਹਨੂੰ ਤੈਰਨਾ ਆਉਂਦਾ ਹੈ, ਤੂੰ ਉਹਨਾਂ ਨੂੰ ਪੁੱਛ। ਤੂੰ ਪੁੱਛਦਾ ਪਿਆ ਉਹਨਾਂ ਨੂੰ ਜਿਨ੍ਹਾਂ ਨੂੰ ਪਾਣੀ ਤੋਂ ਵੀ ਡਰ ਲੱਗਦਾ ਹੈ। ਤੂੰ ਪੁੱਛਦਾ ਪਿਆ ਉਹਨਾਂ ਨੂੰ ਜਿਨ੍ਹਾਂ ਨੂੰ ਪਾਣੀ ਦੇ ਵਿੱਚ ਪੈਰ ਪਾਉਣਾ ਵੀ ਜਿਹੜਾ ਔਖਾ ਲੱਗਦਾ ਪਿਆ। ਉਹ ਤੈਰਨ ਦੀ ਗੱਲ ਤੇ ਬੜੀ ਦੂਰ ਦੀ ਹੈ। ਉਹ ਤੇ ਪਾਣੀ ਤੋਂ ਵੀ ਡਰਦੇ ਨੇ, ਅਸੀਂ ਉਹਨਾਂ ਨੂੰ ਪੁੱਛਦੇ ਪਏ ਆ। ਸਾਹਿਬ ਜੀ ਕਹਿੰਦੇ ਜੇ ਤੂੰ ਪਾਣੀ ਤੋਂ ਤਰਨਾ ਸਿੱਖਣਾ ਚਾਹੁੰਦਾ ਹੈ ਤਾਂ ਤਾਹੂ ਪੁੱਛ ਤੜਨ ਕਲ, ਜਿਹਦੇ ਕੋਲ ਇਹ ਕਲਾ ਹੈ, ਜਿਹਦੇ ਕੋਲ ਹੁਨਰ ਹੈ, ਜਿਹਦੇ ਕੋਲ ਸਮਝ ਹੈ ਕਿ ਕਿਵੇਂ ਪਾਣੀ ਵਿੱਚ ਤੈਰੀਦਾ ਹੈ, ਕਿਵੇਂ ਪਾਣੀ ਨੂੰ ਪਾਰ ਕਰੀਦਾ, ਉਹਨਾਂ ਨੂੰ ਜੇ ਤੂੰ ਪੁੱਛੇਗਾ ਤਾਂ ਤੂੰ ਇਸ ਭਵਜਲ ਵਿੱਚੋਂ ਦੀ ਪਾਰ ਹੋ ਸਕਦਾ ਹੈ। ਤਾਹੂ ਖਰੇ ਸੁਜਾਨ ਵੰਜਾ ਇਨਹੀ ਕਪਰੀ। ਤਾਹੂ ਖਰੇ ਸੁਜਾਨ ਵੰਜਾ ਇਨੀ ਕਪਰੀ। ਇੱਥੇ ਕਪਰੀ ਦਾ ਅਰਥ ਕੱਪੜਾ ਨਹੀਂ ਹੈ, ਇੱਥੇ ਕਪਰੀ ਦਾ ਅਰਥ ਹੈ ਲਹਿਰਾਂ। ਜਿਸ ਪਾਣੀ ਦੇ ਵਿੱਚ ਤੈਰ ਕੇ ਹੱਥ ਪੈਰ ਮਾਰ ਕੇ ਅਸੀਂ ਪਾਰ ਲੰਘਣਾ ਨਾ, ਉੱਥੇ ਲਹਿਰਾਂ ਵੀ ਬੜੀਆਂ ਸਨ। ਉੱਥੇ ਬੜੀਆਂ ਲਹਿਰਾਂ ਵੀ ਜਿਹੜੀਆਂ ਨੇ ਉੱਠੀਆਂ ਨੇ। ਉਹਨਾਂ ਲਹਿਰਾਂ ਨੂੰ ਚੀਰ ਕੇ ਅੱਗੇ ਲੰਘ ਜਾਣ ਵਾਲਾ ਹੁਨਰ ਜਿਨ੍ਹਾਂ ਦੇ ਕੋਲ ਸੀ, ਅਸਲ ਵਿੱਚ ਉਹ ਸਿਆਣੇ ਨੇ। ਜਿਹੜਾ ਕਦੇ ਅੰਮ੍ਰਿਤ ਵੇਲੇ ਨੂੰ ਸੰਭਾਲਿਆ ਨਾ ਹੋਵੇ, ਜਿਹਨੇ ਕਦੀ ਸੰਗਤ ਕੀਤੀ ਨਾ ਹੋਵੇ, ਜਿਹਨੇ ਕਦੀ ਸੇਵਾ ਕਰਕੇ ਵੇਖੀ ਨਾ ਹੋਵੇ, ਜਿਹਨੇ ਕਦੇ ਨਿਤਨੇਮ ਨਾ ਕੀਤਾ ਹੋਵੇ, ਬਾਣੀ ਦਾ ਅਭਿਆਸ ਨਾ ਕੀਤਾ ਹੋਵੇ, ਤੇ ਤੁਸੀਂ ਉਹਨੂੰ ਪੁੱਛੋ ਤੇ ਕੀ ਉਹ ਤੁਹਾਨੂੰ ਕੋਈ ਰਾਹ ਪਾਏਗਾ? ਉਹ ਤੇ ਉਸ ਰਾਹ ਪਾਏਗਾ ਜਿਹੜੇ ਰਾਹ ਆਪ ਤੁਰਿਆ ਹੋਇਆ ਹੈ। ਅਸਲ ਵਿੱਚ ਉਹ ਸੁਜਾਨ ਨੇ ਜਿਨ੍ਹਾਂ ਨੇ, ਵੰਜਾਂ ਦਾ ਅਰਥ ਹੈ ਜਾਣਾ, ਕਹਿੰਦੇ ਜਿਨ੍ਹਾਂ ਨੇ ਇਹਨਾਂ ਲਹਿਰਾਂ ਨੂੰ ਚੀਰ ਕੇ ਤੈਰ ਕੇ ਪਾਰ ਲੰਘਣਾ ਕੀਤਾ ਹੈ। ਤਾਹੂ ਖਰੇ ਸੁਜਾਨ, ਉਹ ਇੱਕ ਕਿਨਾਰੇ ਤੋਂ ਚੱਲੇ ਸਨ ਤੇ ਦੂਜੇ ਕਿਨਾਰੇ ਤੇ ਪਹੁੰਚ ਕੇ ਜਿਹੜੇ ਖਲੋਤੇ ਨਜ਼ਰ ਆਉਂਦੇ ਨੇ, ਉਹ ਨੇ ਅਸਲ ਵਿੱਚ ਸੁਜਾਨ। ਤੇ ਉਹ ਕੌਣ ਨੇ? 15 ਭਗਤ। ਉਹ ਕੌਣ ਨੇ? ਜਿਨ੍ਹਾਂ ਸ਼ਹੀਦਾਂ ਦਾ ਨਾਮ ਤੁਹਾਡੇ ਨਾਲ ਸਾਹਮਣੇ ਰੱਖਿਆ, ਉਹ ਪਾਰ ਹੀ ਲੰਘੇ ਨੇ। ਕਿੰਨੀਆਂ ਲਹਿਰਾਂ ਉੱਠੀਆਂ ਨੇ, ਅਸੀਂ ਉਹਨਾਂ ਲਹਿਰਾਂ ਦੇ ਵਿੱਚ ਦੱਬ ਕੇ ਰਹਿ ਜਾਂਦੇ ਆ, ਘੁੰਮਣ ਘੇਰੀ ਵਿੱਚ ਫਸ ਜਾਂਦੇ ਆ। ਪਰ ਇਹ ਉਹ ਨੇ ਜਿਨ੍ਹਾਂ ਨੇ ਇਹਨਾਂ ਨੂੰ ਚੀਰ ਕੇ ਤੈਰ ਕੇ ਪਾਰ ਲੰਘਣਾ ਕੀਤਾ। ਇਸ ਲਈ ਕਹਿ ਰਹੇ ਨੇ ਕਿ ਜੇ ਤੂੰ ਤਾਰੂ ਪਾਣ, ਜੇ ਤੂੰ ਵੀ ਤੈਰਨ ਦੀ ਜਾਚ ਸਿੱਖਣਾ ਚਾਹੁੰਦਾ ਨਾ, ਤੇ ਫਿਰ ਉਹਨਾਂ ਨੂੰ ਪੁੱਛ ਜਿਨ੍ਹਾਂ ਨੇ ਤੈਰ ਕੇ ਸਮੁੰਦਰ ਪਾਰ ਕੀਤਾ ਹੈ, ਜਿਨ੍ਹਾਂ ਕੋਲ ਇਹ ਹੁਨਰ, ਜਿਨ੍ਹਾਂ ਕੋਲ ਇਹ ਕਲਾ ਹੈ। ਝਾੜ ਝਖੜ ਉਹਾੜ ਲਹਿਰੀ ਵਹਿਨ ਲਖੇਸਰੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸਲ ਵਿੱਚ ਉਹ ਸਿਆਣੇ ਨੇ, ਪਰ ਦੁਨੀਆ ਦੀ ਹਾਲਤ ਉਲਟ ਹੈ। ਜਿਹੜੇ ਅਸਲ ਵਿੱਚ ਸਿਆਣੇ ਹੁੰਦੇ, ਅਸੀਂ ਤੇ ਉਹਨਾਂ ਨੂੰ ਕਮਲਾ ਹੀ ਕਹਿੰਦੇ ਆ। ਸੱਚ ਬੋਲਣ ਵਾਲੇ ਨੂੰ ਦੁਨੀਆ ਕਹਿੰਦੀ ਆ ਇਹ ਤੇ ਕਮਲੀਆਂ ਮਾਰਦਾ ਹੈ, ਇਹਦੀ ਗੱਲ ਨਾ ਸੁਣੋ। ਤੇ ਝੂਠ ਜਿੰਨਾ ਮਰਜ਼ੀ ਕੋਈ ਰੱਜ ਕੇ ਬੋਲਦਾ ਹੋਵੇ, ਅਸੀਂ ਕਹਿੰਦੇ ਆ ਇਹਦੇ ਤੋਂ ਸਿਆਣਾ ਬੰਦਾ ਹੀ ਕੋਈ ਨਹੀਂ ਹੈ। ਕਿਉਂਕਿ ਦੁਨੀਆ ਦੀ ਹਾਲਤ ਹੀ ਹੈ ਕਿ ਉਹ ਖੋਟੇ ਨੂੰ ਖਰਾ ਕਹਿ ਰਹੀ ਹੈ, ਖਰੇ ਨੂੰ ਖੋਟਾ ਕਹਿ ਰਹੀ ਹੈ। ਅਸੀਂ ਉਹਨਾਂ ਸਿਆਣਿਆਂ ਕੋਲ ਜਾ ਰਹੇ ਹਾਂ ਜਿਹੜੇ ਅੰਦਰੋਂ ਖੋਟੇ ਨੇ, ਤੇ ਜਿਹੜੇ ਅੰਦਰੋਂ ਸਿਆਣੇ ਨੇ ਉਹ ਸਾਨੂੰ ਬਾਹਰੋਂ ਖੋਟੇ ਨਜ਼ਰ ਆਉਂਦੇ ਨੇ। ਗੱਲ ਕਿਵੇਂ ਬਣੇਗੀ? ਇਸ ਲਈ ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਨੇ, ਕਹਿੰਦੇ ਝੜ ਝੱਖੜ ਉਹਾੜ। ਜਿਸ ਸੰਸਾਰ ਸਮੁੰਦਰ ਨੂੰ ਤੂੰ ਪਾਰ ਕਰਨਾ ਨਾ, ਉੱਥੇ ਬਹੁਤ ਝੜ ਬਣਿਆ ਹੋਇਆ ਹੈ ਤੇ ਝੱਖੜ ਵੀ ਬੜਾ ਝੂਲ ਰਿਹਾ ਹੈ। ਆਸਮਾਨ ਵੱਲ ਵੇਖ ਕੇ ਕਹਿੰਦੇ ਨਾ, ਜਦੋਂ ਕਾਲੇ ਬੱਦਲ ਛਾਏ ਹੋਣ, ਘਣੇ ਕਾਲੇ ਬੱਦਲ, ਅਸੀਂ ਕਹਿੰਦੇ ਅੱਜ ਝੜ ਬੜਾ ਬਣਿਆ। ਜਾਂ ਝੜੀ ਲੱਗੀ ਹੋਈ ਹੈ, 2-3 ਦਿਨ ਹੋ ਗਏ, 4 ਦਿਨ ਹੋ ਗਏ ਝੜੀ ਲੱਗੀ ਹੈ, ਤੇ ਜੇ 4 ਦਿਨ ਬਰਸਾਤ ਹੁੰਦੀ ਰਵੇ, ਝੜੀ ਲੱਗੀ ਹੋਵੇ, ਫਿਰ ਕਿੰਨਾ ਹੜ੍ਹ ਆ ਜਾਂਦਾ ਹੈ। ਪਾਣੀ ਫਿਰ ਕਿੰਨੀਆਂ ਤਬਾਹੀਆਂ ਮਚਾ ਦਿੰਦਾ ਹੈ। ਕਈਆਂ ਦੇ ਘਰਾਂ ਦੇ ਅੰਦਰ ਵੜ ਜਾਂਦਾ ਹੈ, ਕਈਆਂ ਦੇ ਘਰ ਰੁੜ ਜਾਂਦੇ ਨੇ, ਕਈਆਂ ਦੀਆਂ ਛੱਤਾਂ ਡਿੱਗ ਜਾਂਦੀਆਂ ਨੇ, ਕਈਆਂ ਦੀਆਂ ਕੰਧਾਂ ਡਿੱਗ ਜਾਂਦੀਆਂ ਨੇ, ਕਈਆਂ ਦੇ ਨੀਹਾਂ ਵਿੱਚ ਪਾਣੀ ਭਰ ਜਾਂਦਾ ਹੈ,
ਕਹਿੰਦੇ ਆਹ ਜਿਹੜੇ ਵਿਕਾਰਾਂ ਦੀ ਝੜੀ ਲੱਗੀ ਹੋਈ ਹੈ ਨਾ ਸੰਸਾਰ ਦੇ ਵਿੱਚ, ਜਿਹੜਾ ਆਹ ਝੜ ਬਣਿਆ ਹੋਇਆ, ਇਹ ਸਾਡੇ ਬਚਪਨ ਨੀਹਾਂ ਨੂੰ ਵੀ ਖੋਖਲਾ ਕਰ ਰਿਹਾ, ਇਹ ਸਾਡੇ ਜੋਬਨ ਸਾਡੀਆਂ ਕੰਧਾਂ ਨੂੰ ਵੀ ਖੋਖਲਾ ਕਰ ਰਿਹਾ, ਇਹ ਸਾਡਾ ਬੁਢੇਪਾ ਸਾਡੀਆਂ ਛੱਤਾਂ ਨੂੰ ਵੀ ਕਮਜ਼ੋਰ ਕਰ ਰਿਹਾ। ਛੱਤ ਵੀ ਡਿੱਗ ਗਈ, ਕੰਧਾਂ ਵੀ ਡਿੱਗ ਗਈਆਂ ਤੇ ਨੀਹਾਂ ਵੀ ਅੰਦਰੋਂ ਖੋਖਲੀਆਂ ਹੋ ਗਈਆਂ, ਨੀਹਾਂ ਵਿੱਚ ਵੀ ਪਾਣੀ ਭਰ ਗਿਆ। ਅੱਜ ਦੇ ਹਾਲਾਤ ਆਪਾਂ ਵੇਖ ਸਕਦੇ ਹਾਂ ਕਿ ਛੋਟੇ ਜਿਹੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕਿੰਨੀਆਂ ਵਾਸ਼ਨਾਵਾਂ ਵਿੱਚ ਘਿਰੇ ਪਏ ਹਾਂ ਅਸੀਂ। ਕਿੰਨਾ ਬੁਰਾ ਹਾਲ ਸੰਸਾਰ ਦਾ ਹੋਇਆ ਪਿਆ। ਗੁਰੂ ਸਾਹਿਬ ਕਹਿੰਦੇ ਝੜ ਝੱਖੜ ਔਹਾੜ, ਆ ਜਿਹੜਾ ਝੜ ਬਣਿਆ ਹੋਇਆ ਤੇ ਝੱਖੜ ਝੂਲ ਰਿਹਾ, ਝੜੀ ਲੱਗੀ ਹੋਈ ਹੈ, ਇਹਦੇ ਵਿੱਚ ਕਹਿੰਦੇ ਹੜ ਆਇਆ ਪਿਆ। ਲਹਿਰੀ ਵਹਨ ਲਖੇਸਰੀ, ਤੇ ਜਿਹੜੀਆਂ ਲਹਿਰਾਂ ਉੱਠ ਰਹੀਆਂ ਨੇ ਉਹ 2 4 10 ਨਹੀਂ, ਲਖੇਸਰੀ ਲੱਖਾਂ ਹੀ ਲਹਿਰਾਂ ਨੇ। 2 4 10 20 ਹੋਣ ਤੇ ਚਲੋ ਬੰਦਾ ਬਚਾ ਕਰ ਲਏਗਾ, ਹਜ਼ਾਰਾਂ ਵੀ ਨਹੀਂ, ਲਖੇਸਰੀ ਲੱਖਾਂ ਲੱਖਾਂ ਲਹਿਰਾਂ ਜਿਹੜੀਆਂ ਨੇ ਉਹਦੇ ਵਿੱਚ ਕਹਿੰਦੇ ਉੱਠ ਰਹੀਆਂ ਨੇ। ਉਸ ਲੱਖਾਂ ਲਹਿਰਾਂ ਦੇ ਵਿੱਚੋਂ ਦੀ ਤੂੰ ਕਿਵੇਂ ਆਪਣੇ ਆਪ ਨੂੰ ਬਚਾਏਂਗਾ? ਕੱਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ, ਇਹਦੇ ਮਗਰ ਜਿਹੜੀ ਫੌਜ ਹੈ ਉਹ ਵੀ ਵੇਖੋ। ਇਹਨਾਂ ਦੇ ਮਗਰ ਜਿਹੜੀਆਂ ਲਹਿਰਾਂ ਉੱਠਦੀਆਂ ਨੇ, ਕੱਲਾ ਕਾਮ ਨਹੀਂ, ਪਿੱਛੇ ਲਹਿਰਾਂ ਵੀ ਕਿੰਨੀਆਂ ਪ੍ਰੈਸ਼ਰ ਪਾਉਂਦੀਆਂ ਨੇ, ਉਹ ਵੀ ਵੇਖੋ, ਜਿਹਦੇ ਵਿੱਚ ਬੰਦਾ ਕਿੰਨੀ ਤਬਾਹੀ ਮਚਾਉਂਦਾ ਹੈ। ਕਹਿੰਦੇ ਐਸਾ ਝੜ ਬਣਿਆ ਹੋਇਆ ਹੈ ਦੁਨੀਆ 'ਚ। ਹੁਣ ਇਹ ਕਿੱਥੇ ਬਣਿਆ? ਸਰੀਰ ਕਰਕੇ ਤਾਂ ਬਾਹਰੋਂ ਆਸਮਾਨ ਤੇ ਬਣਿਆ ਹੋਏਗਾ। ਇਹ ਉੱਪਰ ਆਸਮਾਨ ਤੇ ਕਾਲੇ ਬੱਦਲ ਛਾਏ ਨੇ, ਝੜੀ ਲੱਗੀ ਹੋਈ ਹੈ, 4 ਦਿਨ ਹੋ ਗਏ ਮੀਂਹ ਪੈ ਰਿਹਾ, ਗਲੀਆਂ ਨਾਲੇ ਦਰਿਆ ਸਾਰੇ ਹੀ ਭਰ ਗਏ, ਹੜ ਆ ਗਿਆ, ਘਰਾਂ ਦੇ ਵਿੱਚ ਪਾਣੀ ਵੜ ਗਿਆ। ਔਰ ਧਿਆਨ ਰੱਖਿਓ, ਜਦੋਂ ਹੜ ਆਉਂਦੇ ਨੇ ਨਾ, ਜਿਨ੍ਹਾਂ ਨੇ ਵੇਖੇ ਨੇ ਆਪਣੀ ਹੋਸ਼ ਦੇ ਵਿੱਚ ਹੜ ਆਏ, ਤੇ ਜਦੋਂ ਉਹਨਾਂ ਦੇ ਘਰਾਂ ਚੋਂ ਪਾਣੀ ਨਿਕਲਿਆ ਤੇ ਕਈ ਜੀਵ ਜੰਤੂ ਉਹਨਾਂ ਦੇ ਘਰ ਵਿੱਚ ਦੇਖੇ ਗਏ, ਕਈ ਸੱਪ ਵੀ ਉਹਨਾਂ ਦੇ ਘਰਾਂ ਵਿੱਚ ਜ਼ਹਿਰੀਲੇ ਵੇਖੇ ਗਏ। ਤੇ ਹਿਸਾਬ ਲਾਓ, ਕੱਲਾ ਹੜ ਨਹੀਂ ਆਉਂਦਾ, ਜ਼ਹਿਰੀਲੇ ਜੀਵ ਵੀ ਆਉਂਦੇ ਨੇ ਨਾਲ, ਜਿਹੜੇ ਸਾਡੇ ਅੰਦਰ ਮਨ ਵਿੱਚ ਜ਼ਹਿਰ ਘੋਲ ਕੇ ਰੱਖ ਦਿੰਦੇ ਨੇ। ਔਰ ਐਸੀ ਜ਼ਹਿਰ ਘੋਲ ਦਿੰਦੇ ਨੇ ਕਿ ਇਨਸਾਨ ਹੀ ਨਹੀਂ ਰਹਿੰਦਾ, ਹੈਵਾਨ ਤੇ ਸ਼ੈਤਾਨ ਬਣ ਜਾਂਦਾ ਹੈ। ਹੁਣ ਇਹ ਜ਼ਹਿਰ ਦਾ ਅਸਰ ਕਿੱਥੇ ਨਹੀਂ ਸੀ ਹੋਣਾ? ਪੂਰੇ ਗੁਰੂ ਦੇ ਕੋਲ ਆ ਕੇ, ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਅਸੀਂ ਆਪਣੇ ਆਪ ਨੂੰ ਬਚਾਉਣਾ ਸੀ। ਇੱਥੇ ਆ ਕੇ ਇਹ ਲਹਿਰਾਂ ਦਾ ਜ਼ੋਰ ਨਹੀਂ ਪੈਂਦਾ, ਇੱਥੇ ਆ ਕੇ ਇਹ ਹਮਲੇ ਜਿਹੜੇ ਨੇ ਹੁੰਦੇ, ਇਹਨਾਂ ਨੂੰ ਬਰਦਾਸ਼ਤ, ਇਹਨਾਂ ਨੂੰ ਝੱਲਣ ਦੀ ਪਾਵਰ ਸਾਨੂੰ ਗੁਰੂ ਸਾਹਿਬ ਦਿੰਦੇ ਨੇ। ਇਸ ਲਈ ਸਤਿਗੁਰੂ ਜੀ ਕਹਿ ਰਹੇ ਨੇ, ਕਹਿੰਦੇ ਲਖੇਸਰੀ ਲੱਖਾਂ ਹੀ ਲਹਿਰਾਂ ਉੱਠ ਰਹੀਆਂ ਨੇ ਤੇਰੇ ਮਨ ਦੇ ਵਿੱਚ, ਕਿੰਨੇ ਹੀ ਫੁਰਨੇ ਉੱਠ ਰਹੇ ਨੇ, ਕਿੰਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਰਕੇ ਤੇਰੇ ਮਨ ਵਿੱਚ ਲਹਿਰਾਂ ਉੱਠਦੀਆਂ ਪਈਆਂ ਨੇ। ਬਾਬਾ ਦਾਤੂ ਜੀ ਬੈਠੇ ਸੀ ਨਾ ਸ਼ਾਂਤ ਹੋ ਕੇ, ਹਜੇ ਥੋੜੀ ਥੋੜੀ ਲਹਿਰ ਉੱਠਣੀ ਸ਼ੁਰੂ ਹੋਈ ਸੀ ਕ੍ਰੋਧ ਦੀ ਅੰਦਰ। ਕ੍ਰੋਧ ਹੀ ਵਿਰੋਧ ਪੈਦਾ ਕਰਦਾ ਹੈ। ਹਜੇ ਉਹ ਲਹਿਰਾਂ ਥੰਮ ਵੀ ਰਹੀਆਂ ਸੀ ਤੇ ਅੰਦਰ ਉੱਠ ਵੀ ਰਹੀਆਂ ਸੀ, ਪਰ ਨਾਲ ਦੇ ਸਾਥੀਆਂ ਨੇ ਆ ਕੇ ਐਸੇ ਬੋਲ ਦਿੱਤੇ, ਉਹ ਲਹਿਰਾਂ ਐਸੀਆਂ ਉੱਠੀਆਂ ਨੇ, ਬਾਬਾ ਦਾਤੂ ਜੀ ਨੂੰ ਲੈ ਗਈਆਂ ਰੋੜ ਕੇ। ਤੇ ਰੋੜ ਕੇ ਕਿੱਥੇ ਲੈ ਗਈਆਂ? ਧੰਨ ਗੁਰੂ ਅਮਰਦਾਸ ਜੀ ਦੇ ਸਾਹਮਣੇ। ਤੇ ਕੀ ਫਿਰ ਉਹ ਜਦੋਂ ਲਹਿਰਾਂ ਉੱਠੀਆਂ, ਅਕਲ ਤੇ ਪਰਦਾ ਪੈ ਗਿਆ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਬੰਦਾ ਅੰਨਾ ਹੋ ਜਾਂਦਾ ਹੈ ਕਾਮ ਤੇ ਕ੍ਰੋਧ ਵਿੱਚ, ਇਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੀ ਕਰਨਾ ਕੀ ਨਹੀਂ ਕਰਨਾ। ਅੰਨਾ ਹੋਇਆ ਮਨੁੱਖ, ਉਹਨੂੰ ਨਹੀਂ ਪਤਾ ਲੱਗਦਾ ਮੇਰੇ ਸਾਹਮਣੇ ਕੌਣ ਹੈ। ਤੇ ਜੇ ਆਇਆ, ਆਉਂਦਿਆਂ ਸਾਰ ਗੁਰੂ ਅਮਰਦਾਸ ਜੀ ਦਿਸੇ ਹੀ ਨਹੀਂ, ਆਉਂਦਿਆਂ ਵੱਖੀ 'ਚ ਲੱਤ ਮਾਰੀ। ਉਹ ਅੰਨੇ ਹੀ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗੱਦੀਆਂ ਲਾ ਕੇ ਬਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਮੱਥੇ ਆਪਣੇ ਟਿਕਾਉਂਦੇ ਨੇ, ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਇੱਕ ਅੰਗ ਦੀ ਬੇਅਦਬੀ ਕਰਦੇ ਆ। ਉਹਨਾਂ ਨੂੰ ਕੀ ਕਹੋਗੇ ਤੁਸੀਂ? ਉਹਨਾਂ ਅੰਦਰ ਐਸੇ ਹੀ ਲਹਿਰਾਂ ਉੱਠੀਆਂ ਨੇ ਕਿ ਇਨਸਾਨ ਸ਼ੈਤਾਨ ਬਣ ਗਿਆ, ਹੈਵਾਨ ਬਣ ਗਿਆ। ਉਸ ਹੈਵਾਨੀਅਤ ਵਿੱਚ ਇਹਨੇ ਆਪਣਿਆਂ ਨੂੰ ਵੀ ਨਾ ਪਛਾਣਿਆ। ਘਰਾਂ ਦੇ ਵਿੱਚ ਬਜ਼ੁਰਗਾਂ ਦੇ ਹਾਲ ਵੇਖੋ ਕਿੰਨੇ ਮਾੜੇ ਨੇ, ਜਿਹੜੇ 70-80 ਸਾਲ ਦੇ ਕਰੀਬ ਬਜ਼ੁਰਗ ਨੇ, ਜਿਹੜੇ ਆਪਣੀ ਕਿਰਿਆ ਆਪ ਨਹੀਂ ਕਰ ਸਕਦੇ। ਰੋਜ਼ ਬੱਚਿਆਂ ਕੋਲੋਂ ਉਹਨਾਂ ਨੂੰ ਲੱਤਾਂ ਦੇ ਠੇਡੇ ਵੱਜਦੇ ਨੇ, ਰੋਜ਼ ਕਬੋਲ ਉਹਨਾਂ ਨੂੰ ਗਾਲੀ ਗਲੋਚ ਉਹਨਾਂ ਨੂੰ ਸੁਣਨਾ ਪੈਂਦਾ ਹੈ
ਕਿ ਮੁਸੀਬਤ ਗਲ ਪਈ ਹੈ, ਪਤਾ ਨਹੀਂ ਕਦੋਂ ਛੁਟਕਾਰਾ। ਪਰ ਮੁਬਾਰਕ ਹੈ ਉਹਨਾਂ ਘਰਾਂ ਵਿੱਚ ਜਿਹੜੇ ਆਪਣੇ ਬਜ਼ੁਰਗਾਂ ਦੀ ਸੰਭਾਲ ਕਰਦੇ ਨੇ, ਆਪਣੇ ਨਾਲੋਂ ਵੱਧ ਕੇ ਕਰਦੇ ਨੇ। ਮੁਬਾਰਕ ਹੈ ਉਹਨਾਂ ਨੂੰ। ਪਰ ਬਹੁਤਾਤ ਵਿੱਚ ਹਾਲਾਤ ਮਾੜੇ ਹੀ ਨੇ ਦੁਨੀਆ ਦੇ। ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ, ਸਾਹਿਬ ਜੀ ਕਹਿੰਦੇ ਝੜ ਝੱਖੜ ਔਹਾੜ, ਜਿਹੜਾ ਝੜ ਬਣਿਆ, ਝੜੀ ਬਣੀ ਹੋਈ ਹੈ, ਝੱਖੜ ਜਿਹੜਾ ਉਹ ਝੂਲ ਰਿਹਾ, ਹੜ ਆਇਆ ਪਿਆ ਹੈ, ਲਹਿਰਾਂ ਉੱਠ ਰਹੀਆਂ ਨੇ, ਉਹ ਵਹਾ ਕੇ ਲੈ ਜਾ ਰਹੀਆਂ ਨੇ। ਕਹਿੰਦੇ ਲਹਿਰੀ ਵਹਨ ਲਖੇਸਰੀ, ਲੱਖਾਂ ਹੀ ਲਹਿਰਾਂ ਅੰਦਰ ਮਨ ਵਿੱਚ ਉੱਠਦੀਆਂ ਨੇ, ਜਿਹੜੀਆਂ ਸਾਡੇ ਮਾਨਸਿਕ ਤਲ ਤੇ ਹਮਲਾ ਕਰਕੇ ਸਾਨੂੰ ਵਹਾ ਕੇ ਸ਼ੈਤਾਨੀਅਤ ਵੱਲ ਰਹਿ ਜਾਂਦੀਆਂ। ਫਿਰ ਬੇਨਤੀ ਕਰਾਂ, ਜਿਹਦੇ ਕੋਲ ਗੁਰਬਾਣੀ ਦਾ ਆਸਰਾ ਨਹੀਂ ਹੈ, ਜਿਹਦੇ ਕੋਲ ਨਿਤਨੇਮ ਨਹੀਂ ਹੈ, ਜਿਹਦੇ ਕੋਲ ਬਾਣੀ ਦਾ ਅਭਿਆਸ ਨਹੀਂ ਹੈ, ਉਹਦੇ ਮਨ ਨੂੰ ਤੇ ਉਹਨਾਂ ਰੋੜ ਕੇ ਲੈ ਜਾਣਾ। ਕਿਉਂਕਿ ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨਿਆਂ। ਉਹ ਗੁਰੂ ਜਿਹੜੇ ਗੁਰੂ ਤੋਂ ਬਿਨਾਂ ਸੀ ਉਹ ਸ਼ੈਤਾਨ ਬਣ ਗਏ, ਤੇ ਜਿਨ੍ਹਾਂ ਨੇ ਗੁਰੂ ਦਾ ਪੱਲਾ ਪਕੜਿਆ ਸੀ, ਜਿਨ੍ਹਾਂ ਨੇ ਕਿਹਾ ਸੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਹੇ ਤਰਨੀ। ਉਹ ਤਾਂ ਤਰ ਗਏ ਗੁਰੂ ਦਾ ਆਸਰਾ ਲੈ ਕੇ। ਜਿਨ੍ਹਾਂ ਆਖਿਆ ਹਮ ਅੰਧਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚਾਲਹਿ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਉਹ ਤਾਂ ਗੁਰੂ ਸਾਹਿਬ ਦਾ ਪੱਲਾ ਪਕੜ ਕੇ ਤਰ ਗਏ, ਕਿਉਂਕਿ ਗੁਰੂ ਤੈਰਨਾ ਜਾਣਦਾ ਹੈ ਤੇ ਤਾਰਨਾ ਵੀ ਸਿਖਾਉਂਦਾ ਹੈ। ਕਿਉਂਕਿ ਗੁਰੂ ਜਹਾਜ਼ ਵੀ ਹੈ ਤੇ ਗੁਰੂ ਮਲਾਹ ਵੀ ਹੈ। ਗੁਰੂ ਨਾ ਆਪ ਡੁੱਬਦਾ ਹੈ ਤੇ ਨਾ ਡੁੱਬਣ ਦਿੰਦਾ ਹੈ। ਉਸ ਗੁਰੂ ਦੀ ਗੱਲ ਕੀਤੀ ਹੈ ਕਬੀਰ, ਮਾਏ ਮੁੰਡੋ ਤੈਂ ਗੁਰੂ ਕੀ, ਜਾਂ ਤੇ ਭਰਮ ਨਾ ਜਾਏ, ਆਪ ਡੁੱਬੈ ਚੌਬੇਦ ਮੈਂ ਚੇਲੇ ਦੀਏ ਬਹਾਏ। ਪਰ ਜਿਸ ਗੁਰੂ ਚਰਨਾਂ 'ਚ ਅਸੀਂ ਆਏ ਹਾਂ ਉਹ ਪੂਰਾ ਗੁਰੂ ਹੈ। ਵੱਡੀ ਵਡਿਆਈ ਅਚਰਜ ਸ਼ੋਭਾ ਕਾਰਜ ਆਇਆ, ਰਾਸੇ ਨਾਨਕ ਕੋ ਗੁਰ ਪੂਰਾ ਭੇਟਿਓ, ਸਗਲੇ ਦੁੱਖ ਬਿਨਾਸੇ। ਜਿਹਨੇ ਪੂਰੇ ਗੁਰੂ ਦਾ ਮਿਲਾਪ ਹਾਸਲ ਕੀਤਾ ਉਹਦੀ ਜ਼ਿੰਦਗੀ 'ਚੋਂ ਦੁੱਖ ਲੰਘ ਜਾਂਦੇ ਨੇ। ਇਸ ਨਹੀਂ ਤਾਂ ਫਿਰ ਝੱਖੜ ਝੂਲ ਰਿਹਾ, ਝੜੀ ਲੱਗੀ ਹੋਈ ਹੈ ਵਿਕਾਰਾਂ ਦੀ, ਹੜ ਆਇਆ ਪਿਆ ਹੈ, ਲਹਿਰਾਂ ਉੱਠ ਰਹੀਆਂ ਨੇ, ਲੱਖਾਂ ਲਹਿਰਾਂ ਜਿਹੜੀਆਂ ਸਾਡੇ ਮਾਨਸਿਕ ਮੰਡਲ ਨੂੰ ਵਹਾ ਕੇ ਸ਼ੈਤਾਨੀਅਤ ਵੱਲ ਲੈ ਜਾ ਰਹੀਆਂ ਹਨ। ਸਤਿਗੁਰ ਸਿਉ ਆਲਾਏ, ਬੇੜੇ ਡੁੱਬਣ ਨਾਹੇ ਭਉ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜੇ ਤੁਸੀਂ ਵਿਕਾਰਾਂ ਦੀ ਝੜੀ ਜਿਹੜੀ ਲੱਗੀ ਆ ਉਹਦੇ ਤੋਂ ਬਚਣਾ ਚਾਹੁੰਦੇ ਹੋ, ਹੜ ਤੋਂ ਰੁੜਨ ਤੋਂ ਬਚਣਾ ਚਾਹੁੰਦੇ ਹੋ, ਉਹਦੀਆਂ ਲਹਿਰਾਂ ਤੋਂ ਬਚਣਾ ਚਾਹੁੰਦੇ ਹੋ, ਜੇ ਤੁਸੀਂ ਇਨਸਾਨ ਤੋਂ ਸ਼ੈਤਾਨ ਨਹੀਂ ਬਣਨਾ ਚਾਹੁੰਦੇ, ਜੇ ਤੁਸੀਂ ਇਨਸਾਨ ਤੋਂ ਭਗਵਾਨ ਤੱਕ ਚੱਲਣਾ ਚਾਹੁੰਦੇ ਹੋ, ਤੇ ਫਿਰ ਇੱਕ ਕੰਮ ਕਰੋ, ਸਤਿਗੁਰ ਸਿਉ ਆ ਲਾਏ। ਸਤਿਗੁਰੂ ਦੇ ਕੋਲ ਆਓ, ਮੜੀਆਂ ਮਸਾਣਾ 'ਚ ਨਾ ਜਾਓ, ਜਿਨ੍ਹਾਂ ਪਖੰਡੀਆਂ ਦੇ ਕੋਲ ਨਾ ਜਾਓ, ਇਹ ਬਾਹਰ ਦੀਆਂ ਜਿਹੜੀਆਂ ਸਿਆਣਪਾਂ ਰੱਖ ਕੇ ਦੱਸਣ ਵਾਲਿਆਂ ਕੋਲ ਨਾ ਜਾਓ। ਆਓ ਸਤਿਗੁਰੂ ਕੋਲ ਆ ਕੇ ਤੁਸੀਂ ਬੇਨਤੀ ਅਰਦਾਸ ਕਰੋ। ਆਲਾਏ ਦਾ ਮਤਲਬ ਅਲਾਪ ਕਰਨਾ, ਅਲਾਪ ਦਾ ਮਤਲਬ ਆਵਾਜ਼ ਦੇਣੀ, ਅਰਦਾਸ ਕਰਨੀ, ਬੇਨਤੀ ਕਰਨੀ। ਸਤਿਗੁਰੂ ਦੇ ਕੋਲ ਆ ਕੇ ਬੇਨਤੀ ਕਰੋ ਕਿ ਸਤਿਗੁਰ ਤਾਰ ਤਾਰਨ ਹਾਰਿਆ, ਹੇ ਤਾਰਨ ਹਾਰੇ ਸਤਿਗੁਰੂ, ਤੁਹਾਡੇ ਦਰ ਤੇ ਆਏ ਆ। ਹਮ ਡੋਲਤ ਬੇੜੀ ਪਾਪ ਭਰੀ, ਪਵਨ ਲਗੇ ਮਤ ਜਾਏ। ਮੇਰੀ ਬੇੜੀ, ਬੇੜੀ ਆ ਸਰੀਰ, ਇਹਦੇ ਅੰਦਰ, ਇਸ ਬੇੜੀ ਦੇ ਅੰਦਰ ਜਿਹੜਾ ਮਲਾਹ ਸੀ ਮਨ, ਕਮਜ਼ੋਰ ਪੈ ਗਿਆ। ਮਨ ਨੂੰ ਕਾਬੂ ਕਰ ਲਿਆ ਉਹਨਾਂ ਨੇ, ਤੇ ਪਾਪ ਨਾਲ ਭਰੀ ਹੋਈ ਬੇੜੀ ਹੈ, ਮਲਾਹ ਅੱਗੇ ਚੱਲਦਾ ਨਹੀਂ ਕਿਉਂਕਿ ਕਾਬੂ ਆ ਗਿਆ ਇਹਨਾਂ ਦੇ। ਹੁਣ ਪਾਪ ਨਾਲ ਭਰੀ ਬੇੜੀ ਹੈ, ਇਹ ਡੋਲਦੀ ਪਈ ਹੈ, ਮਾੜਾ ਜਿਹਾ ਹਵਾ ਦਾ ਝੌਂਕਾ ਆਇਆ, ਇਹਨੇ ਪਲਟ ਜਾਣਾ ਤੇ ਬੇੜੀ ਸਮੇਤ ਮੇਰੀ ਜ਼ਿੰਦਗੀ ਡੁੱਬ ਜਾਣੀ ਹੈ। ਇਸ ਲਈ ਗੁਰ ਤਾਰ ਤਾਰਨ ਹਾਰਿਆ। ਸਤਿਗੁਰੂ ਤੁਹਾਡੇ ਦਰ ਤੇ ਆਏ ਆ, ਸਾਨੂੰ ਕਿਰਪਾ ਕਰੋ, ਇਹ ਨਾਮ ਬਾਣੀ ਦਾ ਆਸਰਾ ਦਿਓ, ਆਪਣੇ ਗਿਆਨ ਦਾ ਪੱਲਾ ਪਕੜਾਓ। ਸਤਿਗੁਰ ਸਿਉ ਆ ਲਾਏ, ਬੇਨਤੀ ਕਰੋ ਸਤਿਗੁਰੂ ਅੱਗੇ, ਬੇੜੇ ਡੁੱਬਣ ਨਾਹੇ ਭਉ। ਫਿਰ ਤੁਹਾਨੂੰ ਆਪਣੀ ਬੇੜੀ ਡੁੱਬਣ ਦਾ ਖਤਰਾ ਨਹੀਂ ਹੋਵੇਗਾ, ਫਿਰ ਤੁਹਾਨੂੰ ਸਤਿਗੁਰੂ ਡੁੱਬਣ ਨਹੀਂ ਦੇਗਾ। ਇਹ ਬਾਹਰੋਂ ਨਹੀਂ ਡੁੱਬਣ ਦਿੱਤਾ ਤੇ ਅੰਦਰੋਂ ਕਿੱਥੋਂ ਡੁੱਬਣ ਦੇਗਾ। ਭਾਈ ਮਨਸੁਖ ਦਾ ਜਹਾਜ਼ ਨਹੀਂ ਸੀ ਨਾ ਡੁੱਬਣ ਦਿੱਤਾ ਗੁਰੂ ਨਾਨਕ ਸਾਹਿਬ ਨੇ।
ਮੱਖਣ ਸ਼ਾਹ ਲੁਬਾਣਾ ਦਾ ਜਹਾਜ਼ ਨਹੀਂ ਸੀ ਡੁੱਬਣ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਨੇ, ਤੇ ਫਿਰ ਅੰਦਰ ਦਾ ਬੇੜੀ ਕਿਵੇਂ ਡੁੱਬ ਜਾਏਗੀ? ਕੋਈ ਡੁੱਬਣ ਦਾ ਖਤਰਾ ਨਹੀਂ ਹੈ। ਬਸ ਗੁਰੂ ਵਾਲੇ ਬਣੋ, ਬਾਣੇ ਬਾਣੀ ਦੇ ਧਾਰਨੀ ਬਣੋ। ਜੋ ਗੁਰ ਕਹੈ ਸੋਈ ਭਲ ਮਾਨੋ। ਜੋ 15 ਭਗਤ ਗੁਰਬਾਣੀ ਵਿੱਚ ਕਹਿ ਰਹੇ ਨੇ, ਜਾਂ ਜੋ ਗੁਰੂ ਸਾਹਿਬ ਬਾਣੀ ਵਿੱਚ ਕਹਿ ਰਹੇ ਨੇ, ਉਹਨੂੰ ਉਹਦੇ ਤੇ ਅਮਲ ਕਰੀਏ, ਉਹਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀਆਂ ਲਹਿਰਾਂ ਤੋਂ ਬਚ ਕੇ, ਵਿਕਾਰਾਂ ਤੋਂ ਬਚ ਕੇ ਅਸੀਂ ਇਸ ਭਵਜਲ ਨੂੰ ਪਾਰ ਕਰ ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਆਪਣੀ ਢੋਈ ਬਣਾ ਲਈਏ। ਭਾਵ ਲੋਕ ਪਰਲੋਕ ਆਪਣਾ ਜੇ ਸੁਖੀ ਕਰਨਾ ਤੇ ਫਿਰ ਜਿਹਦੇ ਜਰੀਏ ਹੋਣਾ ਨਾ, ਉਹਨੂੰ ਧਿਆਉਣਾ ਪੈਣਾ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕਿ ਕੋਈ ਨਾ ਮਿਟੈ ਦਾਤ। ਆਪਣੇ ਆਪਣੇ ਮਨ ਨੂੰ ਦਿਓ ਆਵਾਜ਼, ਤਾਂ ਕਿ ਮਨ ਇਹ ਆਵਾਜ਼ ਸੁਣ ਕੇ ਸਤਿਗੁਰੂ ਕੋਲ ਆ ਕੇ ਆਪਣੀ ਆਵਾਜ਼ ਬੇਨਤੀ ਰੂਪ ਵਿੱਚ ਅਰਦਾਸ ਕਰ ਸਕੇ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ ਮੋਰ। ਗੁਰੂ ਬਿਨਾ ਮੈਂ ਨਾਹੀ ਹੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਗੁਰ ਕੀ ਟੇਕ ਰਹੋ ਦਿਨ ਰਾਤ। ਜਾ ਕੀ ਕੋਇ ਨ ਮਿਟੈ ਦਾਤ, ਜਾ ਕੀ ਕੋਇ ਨ ਮਿਟੈ ਦਾਤ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ ਮੋਰ। ਐਸੇ ਸਮਰੱਥ ਸਤਿਗੁਰੂ ਜੀ ਦੇ ਚਰਨਾਂ 'ਚ ਆਈਏ, ਆ ਕੇ ਬੇਨਤੀ ਕਰੀਏ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸਹੇਲੇ ਰਾਖੋ। ਰਾਖਣ ਹਰ ਦਿਆਲਾ ਨਾਨਕ, ਘਰ ਕੇ ਗੋਲੇ। ਫਿਰ ਜ਼ਿੰਦਗੀ ਦੀ ਬੇੜੀ ਡੁੱਬੇਗੀ ਨਹੀਂ, ਸਗੋਂ ਲੋਕ ਸੁਖੀਏ, ਪਰਲੋਕ ਸੁਹੇਲੇ ਨਾਨਕ ਹਰ ਪ੍ਰਭ। ਆਪੇ ਮੇਲੇ ਜੀਵਨ ਬਣ ਸਕੇਗਾ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ। ਅੱਗੇ ਤੋਂ ਮੇਰ ਦਾ ਹੱਥ ਰੱਖ ਕੇ ਨਿਵਾਜਣ। ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਝਾੜ ਝਖੜ ਉਹਾੜ, ਲਹਿਰੀ ਵਹਿਨ ਲਖੇਸਰੀ। ਸਤਿਗੁਰ ਸਿਉ ਆਲਾਏ, ਬੇੜੇ ਡੁੱਬਣ ਨਾਹੇ ਪਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।